पिता असीं तुहाडा धन्नवाद करते हैं अज दे मुबारक समय दे लई जो साडे सारिਆਂ ਦੀ ਜ਼ਿੰਦਗੀ 'ਚ ਬਖਸ਼ ਦਿੱਤਾ। ਧੰਨਵਾਦ ਕਰਦੇ ਹਾਂ खुदा बाप, ਤੁਹਾਨੂੰ ਚੰਗਾ ਲੱਗਾ ਕਿ ਅਸੀਂ ਸਭ ਤੁਹਾਡੇ ਕਦਮਾਂ ਦੇ ਵਿੱਚ ਆ ਕੇ ਅੱਜ ਦੇ ਦਿਨ ਤੁਹਾਡੇ ਨਾਮ ਨੂੰ ਅਸੀਂ ਆਦਰ ਦੇ ਸਕੀਏ। ਪ੍ਰਭੂ, ਜੋ ਭਲਾਈਆਂ ਤੁਸੀਂ ਸਾਡੇ ਨਾਲ ਵਰਤੀਆਂ ਉਹਨਾਂ ਨੂੰ ਯਾਦ ਕਰਕੇ ਤੁਹਾਡਾ ਧੰਨਵਾਦ ਕਰ ਸਕੀਏ। ਮੇਰੇ ਪ੍ਰਭੂ ਜੀ, ਅਗਰ ਅੱਜ ਅਸੀਂ ਜ਼ਿੰਦਾ ਹਾਂ, ਤੰਦਰੁਸਤ ਹਾਂ, ਤੇ ਪ੍ਰਭੂ ਇਹ ਤੁਹਾਡੇ ਪਿਆਰ ਦੀ ਬਦੌਲਤ ਆ ਮੇਰੇ ਪ੍ਰਭੂ, ਜੋ ਤੁਸੀਂ ਸਾਡੇ ਨਾਲ ਕੀਤਾ ਆ ਮੇਰੇ ਪ੍ਰਭੂ। ਤੁਹਾਡੀ ਨਿਗਾਹ ਸਾਡੇ ਉੱਪਰ ਆ, ਅਸੀਂ ਦਿਲ ਦੀ ਗਹਿਰਾਈ ਤੋਂ ਤੁਹਾਨੂੰ ਸ਼ੁਕਰਗੁਜ਼ਾਰੀ ਦੀ ਭੇਂਟ ਚੜਾਉਂਦੇ ਹਾਂ ਮੇਰੇ ਪ੍ਰਭੂ। ਮੈਂ ਤੁਹਾਡੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਦਾ ਜੋ ਆਪਣੇ ਬਹੁਤ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੁਹਾਡੇ ਵਚਨ ਨੂੰ ਸੁਣਨ ਦੇ ਲਈ ਆਏ ਆ, ਤੁਹਾਡੇ ਨਾਮ ਨੂੰ ਆਦਰ ਦੇਣ ਦੇ ਲਈ ਆਏ ਆ ਮੇਰੇ ਪ੍ਰਭੂ। ਇਹਨਾਂ ਨੂੰ ਆਸ਼ੀਸ਼ ਔਰ ਬਰਕਤ ਦੇਣਾ ਮੇਰੇ ਪ੍ਰਭੂ ਜੀ। ਔਰ ਪ੍ਰਾਰਥਨਾ ਕਰਦੇ ਹਾਂ ਗਾਉਣ ਵਜਾਉਣ ਵਾਲੇ ਤੁਹਾਡੇ ਬੱਚਿਆਂ ਦੇ ਲਈ ਮੇਰੇ ਪ੍ਰਭੂ, ਜਿਨ੍ਹਾਂ ਨੇ ਤੁਹਾਡੇ ਨਾਮ ਨੂੰ ਮਹਿਮਾ ਦਿੱਤੀ ਆ ਪ੍ਰਭੂ। ਆਪਣੇ ਆਪ ਨੂੰ ਇਹਨਾਂ ਨੇ ਅਧੀਨ ਕੀਤਾ ਆ ਮੇਰੇ ਪ੍ਰਭੂ, ਨਮਰ ਕੀਤਾ ਆ ਖੁਦਾਵੰਦ। ਇਹਨਾਂ ਦੇ ਗਲਿਆਂ ਹੋਂਠਾਂ ਨੂੰ, ਜ਼ੁਬਾਨ ਨੂੰ, ਦਿਮਾਗ ਨੂੰ ਹੋਰ ਵੀ ਜ਼ਿਆਦਾ ਮਸਾ ਕਰ ਦਿਓ ਔਰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰੋ ਮੇਰੇ ਪ੍ਰਭੂ ਜੀ। ਹੁਣ ਜਦ ਸਮਾਂ ਆ ਗਿਆ ਆ ਤੁਹਾਡੇ ਅਤ ਪਵਿੱਤਰ ਕਲਾਮ ਨੂੰ ਸੁਣਨ ਦਾ, ਜੋ ਸਾਡੀਆਂ ਜ਼ਿੰਦਗੀਆਂ ਦੇ ਲਈ ਹੈ, ਸਾਡੀਆਂ ਆਤਮਾਵਾਂ ਦੇ ਲਈ ਆ ਮੇਰੇ ਪ੍ਰਭੂ, ਜੋ ਸਾਨੂੰ ਸੁਧਾਰਨ ਦੇ ਲਈ ਆ ਮੇਰੇ ਖੁਦਾਵੰਦ। ਸਾਡੀ ਪ੍ਰਾਰਥਨਾ ਆ, ਸਾਨੂੰ ਸੁਣਨ ਵਾਲੇ ਕੰਨ ਦਿਓ ਤੇ ਜਮ੍ਹਾਂ ਕਰਨ ਵਾਲਾ ਹਿਰਦੇ ਦਿਓ, ਤੇ ਉਹ ਆਤਮਾ ਸਾਡੀ ਜ਼ਿੰਦਗੀ ਦੇ ਵਿੱਚ ਦਿਓ ਪ੍ਰਭੂ, ਜੋ ਇਹਦੇ ਉੱਤੇ ਚੱਲਣ ਦੇ ਵਿੱਚ ਸਾਡੀ ਸਹਾਇਤਾ ਕਰੇ ਮੇਰੇ ਪ੍ਰਭੂ। ਜਿੱਦਾਂ ਬਾਈਬਲ ਕਹਿੰਦਾ ਆ ਕਿ ਮੁਬਾਰਕ ਉਹ ਲੋਕ ਨੇ ਜਿਹੜੇ ਇਹਨਾਂ ਭਵਿੱਖਬਾਣੀ ਦੀ ਗੱਲਾਂ ਨੂੰ ਪੜ੍ਹਦੇ ਸੁਣਦੇ ਤੇ ਉਹਦੇ ਅਨੁਸਾਰ ਚੱਲਦੇ ਨੇ ਮੇਰੇ ਪਰਮੇਸ਼ਵਰ। ਅਸੀਂ ਪੜ੍ਹਨ ਵਾਲੇ ਨਹੀਂ, ਸੁਣਨ ਵਾਲੇ ਨਹੀਂ, ਬਲਕਿ ਇਹਦੇ ਅਨੁਸਾਰ ਚੱਲਣ ਵਾਲੇ ਬਣ ਜਾਈਏ ਮੇਰੇ ਪ੍ਰਭੂ। ਤੁਹਾਡਾ ਰੂਹ ਪਾਕ ਸਾਡੀ ਅਗਵਾਈ ਕਰੇ। ਸ਼ੁਕਰਗੁਜ਼ਾਰ ਹਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ। ਮੇਰੀ ਪ੍ਰਾਰਥਨਾ ਹੈ ਕਿ ਹੁਣ ਤੁਹਾਡਾ ਪਵਿੱਤਰ ਆਤਮਾ ਮੇਰੀ ਜ਼ੁਬਾਨ ਦਾ ਜ਼ੁੰਮਾ ਲਵੇ ਤੇ ਤੁਹਾਡੇ ਲੋਕਾਂ ਦੇ ਨਾਲ ਗੱਲ ਕਰੇ ਮੇਰੇ ਪ੍ਰਭੂ। ਧੰਨਵਾਦ ਕਰਦੇ ਸਾਰੀ ਗੱਲਾਂ ਬਾਤਾਂ ਦੇ ਲਈ। ਆਉਣ ਵਾਲੇ ਸਮੇਂ ਨੂੰ ਤੁਹਾਡੇ ਜ਼ੋਰਾਵਰ ਹੱਥਾਂ 'ਚ ਦਿੰਦੇ ਹੋਏ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ, 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 ਹਾਲੇਲੂਇਆ। सब आनंदित हैं जी? सब खुश हैं? बोलो हालेलुया, हालेलुया, हालेलुया। ਹੁਣ ਆਪਣੇ ਮੋਬਾਈਲ ਫੋਨ ਸਾਇਲੈਂਟ ਤੇ ਲਗਾਓ, ਕੋਈ ਡਿਸਟਰਬ ਨਾ ਕਰੇ, ਕਿਉਂਕਿ ਅਸੀਂ ਬੜੇ ਹੀ ਆਦਰਯੋਗ ਸਮੇਂ ਦੇ ਵਿੱਚ ਆ। ਇਹ ਕਲਾਮ ਆ ਜਿਹੜਾ ਇਨਸਾਨ ਦੀ ਆਦਤਾਂ ਨੂੰ ਬਦਲ ਦਿੰਦਾ। ਇਹ ਉਹ ਕਲਾਮ ਆ ਜਿਹੜਾ ਇਨਸਾਨ ਦੀਆਂ ਸੋਚਾਂ ਨੂੰ ਬਦਲ ਦਿੰਦਾ। ਇਹ ਕਲਾਮ ਆ ਜਿਹੜਾ ਪਾਪ ਨੂੰ ਪਵਿੱਤਰਤਾਈ ਦੇ ਵਿੱਚ ਬਦਲ ਦਿੰਦਾ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਸਭ ਤਿਆਰ ਹੈ? ਪਿਆਸ ਰੱਖ ਕੇ ਆਏ ਆ ਕਾਦੀ? ਹਾਂ, ਤੜਕਾ ਵੀ ਲੱਗਦਾ ਉੱਤੇ। ਹਾਂ, ਲੱਗ ਗਿਆ ਕਿ ਲੱਗਦਾ ਪਿਆ? ਲੱਗ ਗਿਆ। ਅੱਛਾ ਅੱਛਾ, ਪੱਟੀ ਸਾਹਿਬ ਨੇ ਲਾਇਆ ਤੜਕਾ। ਹਾਂ, ਠੀਕ ਹੈ। परमेश्वर आशीष दवे। वचन दी जिन्होंने भुख रखी है, प्यास रखी है, खुदावंद दा वचन आखदा कि और रजाउण वाला परमेश्वर है। हालेलुया, हालेलुया। मैं पवित्र बाइबल दे विचों तुहाडे नाल कुछ वचन साझा करना चाहुंदा हां। बड़े ही ध्यान दे नाल तुसीं सुनन दी कोशिश करनी है। याद रखना और ध्यान देना कि इंसान दी जिंदगी दे विच टेस्ट कदों आउंदे आ, परीक्षावां कदों आउंदियां, परतावा कदों आउंदा? ਜਦੋਂ ਤੁਸੀਂ ਧਾਰਮਿਕਤਾ ਦੀ ਲਾਈਨ ਦੇ ਵਿੱਚ ਚੱਲਦੇ। ਜਿਸ ਦਿਨ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਪ੍ਰੀਖਿਆ ਆ, ਤੇ ਸਮਝ ਆਣਾ ਕਿ ਤੁਸੀਂ ਸਹੀ ਲਾਈਨ ਦੇ ਉੱਪਰ ਚੱਲਦੇ ਪਏ, ਸਹੀ ਰਾਹ ਦੇ ਉੱਪਰ ਚੱਲਦੇ ਪਏ। ਕਿਉਂਕਿ ਪਾਪ ਦੇ ਰਾਹ ਤੇ ਚੱਲਦੇ ਕਦੀ ਟੈਸਟ ਨਹੀਂ ਹੁੰਦੇ। ਜਦੋਂ ਸੰਸਾਰ ਦੇ ਕੰਮਾਂ ਦੇ ਉੱਪਰ ਤੁਸੀਂ ਧਿਆਨ ਦਿਓਗੇ ਜਾਂ ਸੰਸਾਰਿਕ ਗੱਲਾਂ ਤੁਹਾਡੀ ਜ਼ਿੰਦਗੀ 'ਚ ਪਾਈਆਂ ਜਾਣਗੀਆਂ, ਤੇ ਉਹਨਾਂ ਦੇ ਉੱਪਰ ਟੈਸਟ ਦਾ ਕੋਈ ਮਹੱਤਵ ਨਹੀਂ ਆ। ਟੈਸਟ ਜਿਹੜਾ ਆਂਦਾ ਬੰਦੇ ਦੀ ਜ਼ਿੰਦਗੀ ਦੇ ਵਿੱਚ ਪਰਤਾਵਾ ਆਉਂਦਾ ਆ, ਉੱਥੋਂ ਫਿਰ ਇਹ ਡਿਸਾਈਡ ਕੀਤਾ ਜਾਂਦਾ ਕਿ ਬੰਦਾ ਆਪਣੇ ਜਿਹੜੀ ਲਾਈਨ ਦੇ ਉੱਪਰ ਚੱਲਦਾ ਪਿਆ ਉੱਥੋਂ ਭਟਕਦਾ ਜਾਂ ਨਹੀਂ ਭਟਕਦਾ ਹੈ। ਔਰ ਇੱਕ ਗੱਲ ਮੈਂ ਤੁਹਾਡੇ ਦਿਮਾਗ ਦੇ ਵਿੱਚ ਪਾਉਣਾ ਚਾਹੁੰਦਾ, ਪਰਮੇਸ਼ਵਰ ਕਦੀ ਵੀ ਬੰਦੇ ਨੂੰ ਪਰਖਦੇ ਨਹੀਂ। ਜੇ ਤੁਸੀਂ ਕਹੋ ਕਿ ਆਹ ਪ੍ਰੀਖਿਆ ਆ ਗਈ ਆ ਮੇਰੇ ਜੀਵਨ 'ਚ ਜਾਂ ਆਹ ਪਰਤਾਵਾ ਮੇਰੀ ਜ਼ਿੰਦਗੀ 'ਚ ਆ ਗਿਆ ਤਾਂ ਇੱਥੇ ਮੈਨੂੰ ਖੁਦਾ ਪਰਖਦਾ ਪਿਆ, ਇੱਦਾਂ ਬਿਲਕੁਲ ਨਹੀਂ ਆ। ਬਾਈਬਲ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਕਹਿੰਦਾ ਕਿ ਪਰਮੇਸ਼ਵਰ ਕਿਸੇ ਨੂੰ ਵੀ ਪਰਤਾਉਂਦਾ ਨਹੀਂ ਆ।
ਇਹ ਪ੍ਰੀਖਿਆਵਾਂ ਫਿਰ ਕਿੱਥੋਂ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਆ? ਜਦੋਂ ਅਸੀਂ ਇਦਾਂ ਦੇ ਮੋੜ ਦੇ ਉੱਪਰ ਫਸ ਜਾਂਦੇ ਆ ਕਿ ਸੋਚਦੇ ਆ ਕਰੀਏ ਜਾਂ ਨਾ ਕਰੀਏ, ਚੱਲੀਏ ਜਾਂ ਨਾ ਚੱਲੀਏ। ਆ ਗੱਲ ਹੋ ਗਈ ਆ, ਹੁਣ ਇਹਨੂੰ ਕਿੱਦਾਂ ਹੈਂਡਲ ਕਰੀਏ? ਇਹ ਜਿਹੜੀਆਂ ਪ੍ਰੀਖਿਆਵਾਂ ਆ ਇਹ ਕਿੱਦਾਂ ਆਉਂਦੀਆਂ ਬੰਦੇ ਦੀ ਜ਼ਿੰਦਗੀ 'ਚ, ਉਹਦੇ ਵੱਲ ਅਸੀਂ ਥੋੜਾ ਧਿਆਨ ਦੇਣਾ ਆ। ਯਾਦ ਰੱਖਣਾ, ਜਿਸ ਦਿਨ ਤੁਸੀਂ ਧਾਰਮਿਕਤਾ ਦੀ ਲਾਈਨ ਦੇ ਉੱਪਰ ਚੱਲਦੇ ਆ, ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਚੱਲਦੇ ਆ, ਉਦੋਂ ਵਿੱਚ ਪ੍ਰੀਖਿਆਵਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣਗੀਆਂ। ਉਹ ਤੁਹਾਨੂੰ ਅਗਲੇ ਲੈਵਲ ਤੇ ਲੈ ਕੇ ਜਾਣ ਦੇ ਲਈ, ਬੋਲੋ ਹਾਲੇਲੂਇਆ, ਹਾਲੇਲੂਇਆ। ਆਤਮਿਕ ਤਰੱਕੀ ਦੇ ਵਿੱਚ ਤੁਹਾਡੇ ਗਿਆਨ 'ਚ ਵਾਧਾ ਕਰਨ ਦੇ ਲਈ, ਪਰਮੇਸ਼ਵਰ ਦੇ ਪਿਆਰ ਨੂੰ ਹੋਰ ਗਹਿਰਾਈ ਤੋਂ ਜਾਣਨ ਦੇ ਲਈ, ਪਰਮੇਸ਼ਵਰ ਦੀ ਯੋਜਨਾ ਨੂੰ ਹੋਰ ਨਜ਼ਦੀਕੀ ਤੋਂ ਜਾਣਨ ਦੇ ਲਈ ਉਹ ਪ੍ਰੀਖਿਆਵਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਹੈ। ਉਹ ਕਿੱਥੋਂ ਆਉਂਦੀਆਂ ਆ, ਕਿੱਦਾਂ ਪੈਦਾ ਹੁੰਦੀਆਂ ਆ, ਉਹਦੇ ਬਾਰੇ ਅੱਜ ਅਸੀਂ ਜ਼ਿਕਰ ਕਰਨਾ ਆ। ਪਰ ਮੈਂ ਤੁਹਾਨੂੰ ਫਿਰ ਦੱਸਦਾ ਆ, ਜਦ ਜਿਹੜਾ ਬੰਦਾ ਪਾਪ 'ਚ ਚੱਲਦਾ ਉਹਦੇ ਅੱਗੇ ਪ੍ਰੀਖਿਆਵਾਂ ਨਹੀਂ ਆਉਂਦੀਆਂ। ਜਿਹੜਾ ਬੰਦਾ ਪਵਿੱਤਰਤਾ 'ਚ ਚੱਲਦਾ ਆ, ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਚੱਲਦਾ, ਉਹਦੀ ਜ਼ਿੰਦਗੀ ਦੇ ਵਿੱਚ ਪ੍ਰੀਖਿਆਵਾਂ ਆਉਂਦੀਆਂ। ਕਾਹਦੇ ਲਈ? ਕਿਉਂਕਿ ਜੇ ਪ੍ਰੀਖਿਆ ਨਾ ਆਵੇ ਤੁਸੀਂ ਅਗਲੇ ਲੈਵਲ ਤੱਕ ਪਹੁੰਚ ਨਹੀਂ ਸਕਦੇ ਆ। ਪ੍ਰੀਖਿਆਵਾਂ ਦੇ ਵਿੱਚ ਇਨਸਾਨ ਦੀ ਪ੍ਰਾਰਥਨਾ ਦੇ ਵਿੱਚ ਵਾਧਾ ਹੁੰਦਾ ਆ, ਉਹਦਾ ਪਰਮੇਸ਼ਵਰ ਦੇ ਨਾਲ ਨਜ਼ਦੀਕੀਆਂ ਦੇ ਵਿੱਚ ਵਾਧਾ ਹੁੰਦਾ ਆ, ਔਰ ਉਸ ਦੌਰਾਨ ਜਿਹੜਾ ਅਭਿਸ਼ੇਕ ਉਹਦੀ ਜ਼ਿੰਦਗੀ ਦੇ ਵਿੱਚ ਆਉਂਦਾ ਆ, ਉਹ ਫਿਰ ਉਸ ਪ੍ਰੀਖਿਆ ਨੂੰ ਕੱਟਦਾ ਆ ਔਰ ਇਨਸਾਨ ਨੂੰ ਅੱਗੇ ਲੈ ਕੇ ਜਾਂਦਾ ਆ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਮੈਂ ਬਾਈਬਲ ਦੇ ਵਿੱਚੋਂ ਇੱਕ ਰੈਫਰੈਂਸ ਤੁਹਾਨੂੰ ਦੇਣਾ ਆ। ਸਭ ਤੋਂ ਪਹਿਲਾਂ ਜਦੋਂ ਧਾਰਮਿਕਤਾ ਦੀ ਲਾਈਨ ਦੇ ਵਿੱਚ ਚੱਲਦੇ ਆ, ਜਦੋਂ ਯਹੋਸ਼ੂਆ ਦਾ ਸਮੇਂ ਸੀਗਾ ਔਰ ਖੁਦਾਵੰਦ ਦੇ ਲੋਕ ਬੜੇ ਅੱਛੇ ਰੀਤੀ ਦੇ ਨਾਲ ਚੱਲ ਰਹੇ ਸੀਗੇ, ਅੱਗੇ ਵਧ ਰਹੇ ਸੀਗੇ, ਕਨਾਨ ਦੇਸ਼ ਵੱਲ ਨੂੰ ਜਾ ਰਹੇ ਸੀਗੇ, ਉਦੋਂ ਕੀ ਹੁੰਦਾ? ਰਸਤੇ ਦੇ ਵਿੱਚ ਇੱਕ ਪ੍ਰੀਖਿਆ ਆ ਗਈ। ਕਾਦੀ ਆ ਗਈ? ਯਰੀਹੋ ਦੀ ਦੀਵਾਰ। ਕਿਹੜੀ ਆ ਗਈ? ਹੁਣ ਉਸ ਸਿਚੁਏਸ਼ਨ ਦੇ ਵਿੱਚ ਬੰਦਾ ਕੀ ਕਰੇ? ਹੜਬੜਾਵੇ, ਗੁੱਸਾ ਕਰੇ, ਖੁਦਾਵੰਦ ਦੇ ਨਾਲ ਗਿਲਾ ਕਰੇ ਕਿ ਪਰਮੇਸ਼ਵਰ ਸਾਡੇ ਸਾਹਮਣੇ ਕੀ ਆ ਗਿਆ ਆ? ਪਰ ਨਹੀਂ, ਉਸ ਸਮੇਂ ਸਬਰ ਦੀ ਜ਼ਰੂਰਤ ਆ, ਉਸ ਸਮੇਂ ਸੰਤੋਖ ਦੀ ਜ਼ਰੂਰਤ ਆ, ਉਸ ਸਮੇਂ ਪਰਮੇਸ਼ਵਰ ਦੇ ਉੱਪਰ ਵਿਸ਼ਵਾਸ ਰੱਖਣ ਦੀ ਜ਼ਰੂਰਤ ਆ ਕਿ ਮੇਰਾ ਪਰਮੇਸ਼ਵਰ ਅਗਰ ਮਿਸਰ ਤੋਂ ਇੱਥੇ ਤੱਕ ਲੈ ਆਇਆ ਤੇ ਉਹ ਕਨਾਨ ਤੱਕ ਵੀ ਮੈਨੂੰ ਲੈ ਕੇ ਜਾਏਗਾ। ਹਾਲੇਲੂਇਆ, 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 ਹਾਲੇਲੂਇਆ। ਉਸ ਸਮੇਂ ਸਾਨੂੰ ਪ੍ਰਾਰਥਨਾ ਕਰਕੇ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਆਉਣ ਦੀ ਜ਼ਰੂਰਤ ਆ। ਉਸ ਸਮੇਂ ਆਪਣੀ ਸਮਝ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਆ। ਇਨਸਾਨ ਅਗਰ ਆਪਣੀ ਸਮਝ ਦਾ ਸਹਾਰਾ ਲਏਗਾ ਉਹ ਡਿੱਗੇਗਾ, ਪ੍ਰੀਖਿਆ ਦੇ ਵਿੱਚ ਪੂਰਾ ਧੱਸ ਜਾਏਗਾ ਔਰ ਉਹ ਫਿਰ ਬਾਹਰ ਨਹੀਂ ਆ ਸਕਦਾ। ਜਦੋਂ ਪਵਿੱਤਰ ਆਤਮਾ ਦੇ ਉੱਪਰ ਡਿਪੈਂਡ ਹੋਏਗਾ, ਕਿਉਂਕਿ ਉਹ ਸਾਡਾ ਮਦਦਗਾਰ ਹੈ। ਬਾਈਬਲ ਕਹਿੰਦਾ ਉਹ ਤੁਹਾਨੂੰ ਦੱਸੇਗਾ ਕਿਹੜੀ ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਬੋਲਣਾ ਆ, ਕਿਹੜੀ ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਕਰਨਾ ਆ। ਪਰ ਮੈਂ ਸੋਚਦਾ ਕਿ ਮੰਦਭਾਗੇ ਉਹ ਲੋਕ ਆ ਜਿਨ੍ਹਾਂ ਦੇ ਕੋਲ ਹਲੇ ਤੱਕ ਪਵਿੱਤਰ ਆਤਮਾ ਨਹੀਂ ਹੈ, ਕਿਉਂਕਿ ਉਹਨਾਂ ਨੂੰ ਸਿਖਾਉਣ ਵਾਲਾ ਕੋਈ ਨਹੀਂ ਹੈ, ਉਹਨਾਂ ਦਾ ਗਾਈਡੈਂਸ ਕੋਈ ਨਹੀਂ ਹੈ, ਉਹਨਾਂ ਨੂੰ ਸਮਝਾਉਣ ਜਾਂ ਸਿਖਾਉਣ ਵਾਲਾ ਕੋਈ ਨਹੀਂ ਆ, ਜਿਨ੍ਹਾਂ ਦੀ ਜ਼ਿੰਦਗੀ 'ਚ ਪਵਿੱਤਰ ਆਤਮਾ ਕੰਮ ਨਹੀਂ ਕਰਦਾ ਪਿਆ। ਅਗਰ ਪਵਿੱਤਰ ਆਤਮਾ ਇਨਸਾਨ ਦੀ ਜ਼ਿੰਦਗੀ 'ਚ ਨਹੀਂ ਆ, ਮੇਰਾ ਇਹ ਜਾਣਨਾ ਆ ਜਾਂ ਵਿਚਾਰ ਆ ਜਾਂ ਮੇਰਾ ਇਹ ਸਰਚ ਲਗਾ ਲਓ ਕਿ ਉਹ ਬੰਦਾ, ਫਿਰ ਮੈਂ ਸਮਝਦਾ ਕਿ ਉਹ ਕ੍ਰਿਸਚਨ ਨਹੀਂ ਆ। ਕਿਉਂਕਿ ਜਿਹਦੇ ਉੱਪਰ ਪਵਿੱਤਰ ਆਤਮਾ ਦੀ ਮੋਹਰ ਲੱਗੀ ਆ, ਮਤਲਬ ਖੁਦਾ ਨੂੰ ਪਤਾ ਕਿ ਇਹ ਬੰਦਾ ਪਵਿੱਤਰ ਆਤਮਾ ਨਾਲ ਭਰਿਆ ਔਰ ਇਹ ਕ੍ਰਿਸਚਨ ਆ। ਹਾਲੇਲੂਇਆ, ਹਾਲੇਲੂਇਆ। ਔਰ ਯਰੀਹੋ ਦੀ ਦੀਵਾਰ ਜਦੋਂ ਉਹਨਾਂ ਦੇ ਅੱਗੇ ਆ ਗਈ ਤੇ ਆਤਮਾ ਦੀ ਅਗਵਾਈ ਦੇ ਨਾਲ ਜਦੋਂ ਯਹੋਸ਼ੂਆ ਦੇ ਉੱਪਰ ਇਹ ਗੱਲ ਪ੍ਰਗਟ ਹੋਈ ਆ ਕਿ ਤੁਸੀਂ 7 ਚੱਕਰ ਲਗਾਣੇ ਆ, ਕੀ ਬੋਲਣਾ ਆ? ਕੀ ਬੋਲਣਾ? ਬੁੜਬੁੜਾਹਟ ਕਰਨੀ ਆ? ਕੀ ਬੋਲਣਾ? ਕਹਿੰਦਾ ਹਾਲੇਲੂਇਆ ਦੇ ਨਾਰੇ ਲਗਾਉਣੇ ਆ, ਹੋਰ ਕੁਝ ਵੀ ਨਹੀਂ ਕਰਨਾ। ਕਹਿੰਦੇ ਤੁਸੀਂ ਸਿਰਫ ਹਾਲੇਲੂਇਆ ਦੇ ਨਾਰੇ ਲਗਾਉਣੇ ਆ। ਤਾਂ ਜੇ ਆਤਮਾ ਦੀ ਅਗਵਾਈ ਦੇ ਵਿੱਚ ਉਸ ਸਮੇਂ ਉਹ ਨਾ ਹੁੰਦੇ ਤੇ ਉਸੇ ਪ੍ਰੀਖਿਆ ਦੇ ਵਿੱਚ ਫਸ ਜਾਂਦੇ ਔਰ ਅੱਗੇ ਨਾ ਵੱਧ ਪਾਉਂਦੇ। ਪ੍ਰੀਖਿਆ ਜਿਹੜੀ ਆ ਇਨਸਾਨ ਨੂੰ ਅੱਗੇ ਵਧਾਉਣ ਦੇ ਲਈ ਹੈ। ਔਰ ਜਦੋਂ ਉਹ ਫਿਰ ਆਤਮਾ ਦੀ ਅਗਵਾਈ ਦੇ ਨਾਲ ਯਹੋਸ਼ੂਆ ਖੁਦਾ ਦੇ ਦਾਸ ਦੇ ਦੁਆਰਾ ਜਿਹੜੇ ਸ਼ਬਦ ਉਹਨਾਂ ਦੇ ਉੱਪਰ ਜ਼ਾਹਿਰ ਹੋਏ, ਉਹਨਾਂ ਨੂੰ ਉਹਨਾਂ ਨੇ ਅਮਲ ਦਾ ਰੂਪ ਦਿੱਤਾ। ਬਾਈਬਲ ਕਹਿੰਦਾ ਜਦੋਂ ਯਹੋਸ਼ੂਆ ਦੇ ਆਖੇ ਅਨੁਸਾਰ ਲੋਕਾਂ ਨੇ ਕੀਤਾ, ਯਰੀਹੋ ਦੀ ਦੀਵਾਰ ਦੇ ਅੱਗੇ ਚੱਕਰ ਲਗਾਏ ਹਾਲੇਲੂਇਆ ਦੇ ਨਾਰੇ ਲਗਾ ਕੇ। ਔਰ ਬਾਈਬਲ ਕੀ ਕਹਿੰਦਾ? ਫਿਰ ਜਦੋਂ ਆਖਰੀ ਚੱਕਰ ਲਗਾਇਆ ਤੇ ਦੀਵਾਰ ਗਿਰ ਗਈ, ਪ੍ਰੀਖਿਆ ਜਿਹੜੀ ਆ ਖਤਮ ਹੋ ਗਈ, ਰਾਸਤਾ ਜਿਹੜਾ ਸਾਫ਼ ਹੋ ਗਿਆ, ਕਨਾਨ ਦੇਸ਼ ਜਿਹੜਾ ਸਾਹਮਣੇ ਵੀ ਕਲੀਅਰ ਉਹਨਾਂ ਨੂੰ ਦਿਖਣ ਲੱਗ ਗਿਆ। ਬੋਲੋ ਹਾਲੇਲੂਇਆ, ਹਾਲੇਲੂਇਆ। ਔਰ ਇੱਕ ਸਮੇਂ ਦੀ ਗੱਲ ਆ ਜਦੋਂ ਪ੍ਰੀਖਿਆ ਸ਼ਦਰਕ, ਮੇਸ਼ਕ ਤੇ ਅਬਦਨਗੋ ਦੇ ਅੱਗੇ ਆਈ, ਜਦੋਂ ਉਹ ਸਹੀ ਚੱਲਦੇ ਪਏ, ਹਾਂ ਕਰਪਟ ਨਹੀਂ ਆ, ਖੁਦਾ ਦੇ ਵਿੱਚ ਬੜੇ ਵਫਾਦਾਰ ਆ, ਖੁਦਾ ਦੇ ਵਿੱਚ ਬੜੇ ਈਮਾਨ ਦੇ ਨਾਲ ਚੱਲਦੇ ਪਏ ਆ, ਖੁਦਾ ਨੂੰ ਸਮੇਂ ਦੇ ਰਹੇ ਆ ਔਰ ਆਪਣੀ ਜ਼ਿੰਦਗੀ ਨੂੰ ਉਹਨਾਂ ਨੇ ਖੁਦਾ ਦੇ ਹੱਥਾਂ 'ਚ ਦਿੱਤਾ ਆ। ਉਸ ਸਮੇਂ ਕਿੱਦਾਂ ਪ੍ਰੀਖਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਈ? ਉਹਨਾਂ ਦੀ ਕੋਈ ਗਲਤੀ ਥੋੜੀ ਹੈ। ਧਾਰਮਿਕ ਬਣਨਾ ਕੋਈ ਗਲਤੀ ਨਹੀਂ ਹੈ।
ਪਰ ਪਰਮੇਸ਼ਵਰ ਤੁਹਾਨੂੰ ਹੋਰ ਉੱਚਾ ਕਰਨਾ ਚਾਹੁੰਦਾ, ਹੋਰ ਲੋਕਾਂ ਦੇ ਉੱਪਰ ਜ਼ਾਹਿਰ ਕਰਨਾ ਚਾਹੁੰਦਾ ਹੈ। ਅਗਰ ਉਹ ਦੁੱਖ ਤੁਹਾਡੀ ਜ਼ਿੰਦਗੀ 'ਚ ਦੇ ਰਿਹਾ ਜਾਂ ਪਰੇਸ਼ਾਨੀ ਤੁਹਾਡੀ ਜ਼ਿੰਦਗੀ 'ਚ ਦੇ ਰਿਹਾ ਆ, ਉਹਨੂੰ ਤੁਸੀਂ ਪ੍ਰੀਖਿਆ ਲੈ ਸਕਦੇ ਆ ਆਪਣੀ ਜ਼ਿੰਦਗੀ ਦੇ ਉੱਪਰ, ਤਾਂ ਜੋ ਪਰਮੇਸ਼ਵਰ ਤੁਹਾਨੂੰ ਉਸ ਲੈਵਲ ਤੇ ਔਰ ਉਸ ਉਚਾਈ ਦੇ ਉੱਪਰ ਲੈ ਕੇ ਜਾ ਸਕੇ ਜਿੱਥੇ ਪਰਮੇਸ਼ਵਰ ਤੁਹਾਨੂੰ ਚਾਹੁੰਦਾ ਹੈ। ਬਿਨਾਂ ਪ੍ਰੀਖਿਆ ਦੇ ਆਪਾਂ ਉੱਥੇ ਪਹੁੰਚ ਨਹੀਂ ਸਕਦੇ। ਯਾਦ ਰੱਖਣਾ ਮੇਰੀ ਗੱਲ ਨੂੰ। ਕੀ ਹੁੰਦਾ ਹੈ, ਜਦੋਂ ਸ਼ਦਰਕ ਮੇਸ਼ਕ ਅਬਦਨਗੋ ਦੇ ਸਮੇਂ ਰਾਜੇ ਨੇ ਕੀ ਕੀਤਾ, ਇੱਕ ਬਹੁਤ ਉੱਚੀ ਮੂਰਤ ਬਣਾਈ, ਬਹੁਤ ਉੱਚੀ ਸੋਨੇ ਦੀ ਬਹੁਤ ਵੱਡੀ ਮੂਰਤ ਬਣਾਈ ਔਰ ਇੱਕ ਹੁਕਮ ਜਾਰੀ ਕਰ ਦਿੱਤਾ ਕਿ ਜਿਹੜਾ ਪ੍ਰਾਣੀ ਤੁਰੀ ਵੱਜਣ ਤੋਂ ਬਾਅਦ ਇਸ ਮੂਰਤ ਨੂੰ ਸਿਰ ਨਹੀਂ ਨਿਵਾਉਂਦਾ ਆ, ਸਿਰ ਨਹੀਂ ਝੁਕਾਉਂਦਾ ਜਾਂ ਨਮਸਕਾਰ ਨਹੀਂ ਕਰਦਾ, ਉਹ ਅੱਗ ਦੀ ਬਲਦੀ ਹੋਈ ਭੱਠੀ ਦੇ ਵਿੱਚ ਸੁੱਟਿਆ ਜਾਣਾ ਆ। ਕੀ ਮੈਂ ਸੱਚ ਬੋਲਦਾ? ਜਿਹੜੇ ਬਾਈਬਲ ਪੜ੍ਹਦੇ ਆ, ਕੀ ਮੈਂ ਸੱਚ ਬੋਲਦਾ? ਹਾਂਜੀ। ਔਰ ਕੀ ਹੁੰਦਾ ਆ, ਸ਼ਦਰਕ ਮੇਸ਼ਕ ਅਬਦਨਗੋ ਇਹ ਤਿੰਨ ਮਾਤਰ ਲੋਕ ਇਸ ਤਰ੍ਹਾਂ ਦੇ ਸੀਗੇ ਜਿਹੜੇ ਖੁਦਾ ਨੂੰ ਪਿਆਰ ਕਰਨ ਵਾਲੇ ਸੀਗੇ, ਖੁਦਾ ਦੇ ਵਚਨ ਦੇ ਅਨੁਸਾਰ ਚੱਲਣ ਵਾਲੇ ਸੀਗੇ, ਤੇ ਚਾਹੇ ਜਾਨ ਵੀ ਦੇਣੀ ਪੈ ਜਾਵੇ ਇਸ ਤਰ੍ਹਾਂ ਪਰਮੇਸ਼ਵਰ ਦੇ ਨਾਲ ਪਿਆਰ ਕਰਨ ਵਾਲੇ ਸੀਗੇ। ਬੁੜਬੁੜਾਹਟ ਨਹੀਂ ਕੀਤੀ ਕਿ ਪ੍ਰਭੂ ਅਸੀਂ ਇਮਾਨਦਾਰੀ ਦੇ ਵਿੱਚ ਔਰ ਅੱਗੇ ਸਾਡੇ ਕੀ ਆ ਗਿਆ, ਪ੍ਰਭੂ ਅਸੀਂ ਤੇਰੇ ਨਾਲ ਪਿਆਰ ਕਰਨ ਵਾਲੇ ਔਰ ਅੱਗੇ ਸਾਡੇ ਕੀ ਆ ਗਿਆ। ਕਈ ਲੋਕ ਬੁੜਬੁੜਾਹਟ ਕਰਦੇ ਆ ਜਦੋਂ ਉਹਨਾਂ ਦੇ ਉੱਪਰ ਟੈਸਟ ਆਉਂਦਾ ਆ, ਪਰ ਮੈਂ ਤੁਹਾਨੂੰ ਦੱਸਦਾ ਬਾਈਬਲ ਕਹਿੰਦਾ ਜਦੋਂ ਟੈਸਟ ਤੁਹਾਡੇ ਉੱਪਰ ਆਉਂਦਾ ਆ, ਉਦੋਂ ਬੁੜਬੁੜਾਹਟ ਕਰਨ ਦੀ ਜ਼ਰੂਰਤ ਨਹੀਂ ਆ, ਉਦਾਸ ਹੋਣ ਦੀ ਜ਼ਰੂਰਤ ਨਹੀਂ ਆ। ਕੀ ਕਰਨ ਦੀ ਜ਼ਰੂਰਤ ਆ? ਆਨੰਦਿਤ ਹੋਣ ਦੀ ਜ਼ਰੂਰਤ ਆ। ਜਦੋਂ ਪ੍ਰੀਖਿਆ ਤੁਹਾਡੇ ਉੱਪਰ ਆਉਂਦੀ ਆ ਤੇ ਪ੍ਰੀਖਿਆ ਤੁਹਾਡੇ ਅੰਦਰ ਧੀਰਜ ਪੈਦਾ ਕਰਦੀ ਆ, ਧੀਰਜ ਫਿਰ ਤੁਹਾਨੂੰ ਦ੍ਰਿੜ ਕਰਦੀ ਆ, ਔਰ ਜਿਸ ਲੈਵਲ ਦੇ ਲਈ ਖੁਦਾ ਨੇ ਤੁਹਾਨੂੰ ਚੁਣਿਆ ਹੁੰਦਾ ਉਸ ਲੈਵਲ ਤੇ ਫਿਰ ਉਹ ਪ੍ਰੀਖਿਆ ਜਿਹੜੀ ਤੁਹਾਡੇ ਉੱਪਰ ਆਂਦੀ ਆ ਉਹ ਫਿਰ ਤੁਹਾਨੂੰ ਉੱਥੇ ਪਹੁੰਚਾਉਂਦੀ ਆ। ਬੋਲੋ ਹਾਲੇਲੂਇਆ। ਕੀ ਹੁੰਦਾ ਆ, ਜਦੋਂ ਉਹਨਾਂ ਤਿੰਨਾਂ ਨੇ ਸਿਰ ਨਹੀਂ ਝੁਕਾਇਆ ਉਸ ਮੂਰਤ ਦੇ ਅੱਗੇ, ਰਾਜੇ ਤੱਕ ਖਬਰ ਪਹੁੰਚੀ ਤਾਂ ਫਿਰ ਰਾਜੇ ਨੇ ਹੁਕਮ ਜਾਰੀ ਕਰ ਦਿੱਤਾ ਕਿ ਇਹਨਾਂ ਨੂੰ ਤਿੰਨਾਂ ਨੂੰ ਹੀ ਅੱਗ ਦੀ ਬਲਦੀ ਹੋਈ ਭੱਠੀ ਦੇ ਵਿੱਚ ਸੁੱਟਿਆ ਜਾਵੇ, ਜੋ ਮੈਂ ਹੁਕਮ ਜਾਰੀ ਕੀਤਾ ਸੀ। ਕਿਉਂ? ਕਿਉਂਕਿ ਇਹਨਾਂ ਨੇ ਮੇਰੀ ਬਣਾਈ ਹੋਈ ਮੂਰਤ ਨੂੰ ਮੱਥਾ ਨਹੀਂ ਟੇਕਿਆ। ਔਰ ਕੀ ਹੁੰਦਾ, ਜਦੋਂ ਬਾਈਬਲ ਕਹਿੰਦਾ ਭੱਠੀ ਦਾ ਜਿਹੜਾ ਸੇਕ ਆ ਉਹ 7 ਗੁਣਾ ਹੋਰ ਤੇਜ਼ ਕਰ ਦਿੱਤਾ ਉਹਨਾਂ ਨੂੰ ਸਜ਼ਾ ਦੇਣ ਦੇ ਲਈ। ਤੇ ਬਾਈਬਲ ਕਹਿੰਦਾ ਉਹ ਦੁਆ ਕਰਦੇ ਰਹੇ, ਖੁਦਾ ਦੇ ਉੱਪਰ ਪੂਰਾ ਭਰੋਸਾ ਰੱਖਿਆ ਉਹਨਾਂ ਨੇ। ਬਾਈਬਲ ਕਹਿੰਦਾ ਜਦੋਂ ਉਹਨਾਂ ਨੂੰ ਅੱਗ ਦੀ ਭੱਠੀ ਦੇ ਵਿੱਚ ਸੁੱਟਿਆ ਗਿਆ, ਤਿੰਨਾਂ ਨੂੰ ਸੇਕ ਬਹੁਤ ਜ਼ਿਆਦਾ, ਜਿਨ੍ਹਾਂ ਨੇ ਸੁੱਟਿਆ ਉਹਨਾਂ ਦੇ ਕੱਪੜੇ ਝੁਲਸ ਗਏ। ਔਰ ਜਦੋਂ ਅੱਗ ਦੇ ਵਿੱਚ ਸੁੱਟੇ ਗਏ ਤੇ ਥੋੜੇ ਸਮੇਂ ਬਾਅਦ ਰਾਜੇ ਨੇ ਦੇਖਿਆ ਤੇ ਉਹ 3 ਨਹੀਂ, ਉੱਥੇ ਕਿੰਨੇ ਜਾਣੇ ਸੀ? 4। ਕਿੰਨੇ ਜਾਣੇ ਸੀਗੇ? 4। ਰਾਜਾ ਬੜਾ ਹੈਰਾਨ ਹੋਇਆ, ਕਹਿੰਦਾ ਸੁੱਟੇ ਮੈਂ 3 ਸੀਗੇ ਤੇ ਦੇਖ ਮੈਂ 4 ਰਿਹਾ ਆ। ਉਹ ਜਿਹੜਾ ਚੌਥਾ ਕਹਿੰਦਾ ਮੈਂ ਦੇਖਦਾ ਉਹ ਇੱਕ ਦਿਉਤਿਆਂ ਦੀ ਮਾਨਿੰਦਿਆ, ਕਹਿੰਦਾ ਉਹ ਇੱਕ ਰੱਬ ਦੇ ਦੂਤ ਦੀ ਤਰ੍ਹਾਂ ਆ। ਫਿਰ ਉਹਨੇ ਹੁਕਮ ਜਾਰੀ ਕਰ ਦਿੱਤਾ, ਕਹਿੰਦਾ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਭੱਠੀ ਦੇ ਵਿੱਚੋਂ। ਔਰ ਜਦੋਂ ਉਹਨਾਂ ਨੂੰ ਬਾਹਰ ਕੱਢਿਆ, ਬਾਈਬਲ ਕਹਿੰਦਾ ਨਾ ਉਹਨਾਂ ਦੇ ਵਾਲ ਸੜੇ ਸੀਗੇ, ਨਾ ਕੱਪੜਿਆਂ ਨੂੰ ਅੱਗ ਲੱਗੀ ਸੀ, ਨਾ ਉਹਨਾਂ ਦੇ ਕੋਲੋਂ ਜਲਨ ਦੀ ਬਦਬੂ ਆਉਂਦੀ ਸੀ। ਬੋਲੋ ਹਾਲੇਲੂਇਆ। ਫਿਰ ਰਾਜੇ ਨੇ ਹੁਕਮ ਜਾਰੀ ਕਰ ਦਿੱਤਾ, ਜਿਹੜਾ ਸ਼ਦਰਕ ਮੇਸ਼ਕ ਅਬਦਨਗੋ ਦੇ ਰੱਬ ਨੂੰ ਕੁਝ ਕਹੂਗਾ ਉਹ ਜਾਨੋਂ ਮਾਰਿਆ ਜਾਊਗਾ। ਬੋਲੋ ਹਾਲੇਲੂਇਆ। ਹਾਲੇਲੂਇਆ। ਪ੍ਰੀਖਿਆਵਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਆਉਂਦੀਆਂ, ਮਤਲਬ ਤੁਹਾਡੇ ਰੱਬ ਨੂੰ ਤੁਹਾਡੇ ਨਾਮ ਤੋਂ ਉਚਾਈ ਮਿਲਦੀ ਆ, ਵਡਿਆਈ ਮਿਲਦੀ ਆ। ਹਾਲੇਲੂਇਆ। ਉਸ ਸਮੇਂ ਬੁੜਬੁੜਾਹਟ ਕਰਨ ਦੀ ਜ਼ਰੂਰਤ ਨਹੀਂ ਹੈ, ਪਵਿੱਤਰ ਆਤਮਾ ਦਾ ਇੰਤਜ਼ਾਰ ਕਰਨਾ ਕਿ ਉਸ ਸਮੇਂ ਪਵਿੱਤਰ ਆਤਮਾ ਮੈਨੂੰ ਕਿੱਦਾਂ ਗਾਈਡ ਕਰਦਾ ਇੱਥੋਂ ਨਿਕਲਣ ਦੇ ਲਈ। ਹਾਲੇਲੂਇਆ। ਉਸ ਸਮੇਂ ਦੀ ਗੱਲ ਹੈ ਜਦੋਂ ਦਾਨੀਏਲ ਦੀ ਵਾਰੀ ਸੀਗੀ, ਜਦੋਂ ਪਤਾ ਲੱਗਾ ਲੋਕਾਂ ਨੂੰ ਕਿ ਇਹ ਬਹੁਤ ਜ਼ਿਆਦਾ ਵੱਧ ਰਿਹਾ ਆ, ਬਹੁਤ ਜ਼ਿਆਦਾ ਬਲੈਸ ਹੋ ਰਿਹਾ ਆ, ਲੋਕਾਂ ਨੇ ਫਿਰ ਇੱਕ ਪਲਾਨ ਰਚਿਆ ਦਾਨੀਏਲ ਨੂੰ ਫਸਾਉਣ ਦੇ ਲਈ। ਇਮਾਨਦਾਰ ਬੰਦਾ, ਬਾਈਬਲ ਕਹਿੰਦਾ ਉਹਦੇ ਅੰਦਰ ਕਿਹੜਾ ਆਤਮਾ ਸੀਗਾ? ਚੰਗਾ ਆਤਮਾ ਪਾਇਆ ਜਾਂਦਾ ਸੀਗਾ, ਯਾਨੀ ਕਿ ਪਵਿੱਤਰ ਆਤਮਾ। ਔਰ ਕੀ ਹੁੰਦਾ ਹੈ, ਜਦੋਂ ਲੋਕਾਂ ਨੇ ਪਲਾਨ ਬਣਾਇਆ, ਰਾਜੇ ਨੂੰ ਆਖਿਆ ਕਿ ਇੱਕ ਰੂਲ ਪਾਸ ਕਰੋ ਔਰ ਉੱਤੇ ਇੱਕ ਮੋਹਰ ਲਗਾਓ ਜਿਹੜਾ ਕੈਂਸਲ ਨਾ ਹੋ ਸਕੇ, ਕਿ ਜਿਹੜਾ ਬੰਦਾ ਤੁਹਾਡੇ ਰੱਬ ਤੋਂ ਬਿਨਾ ਕਿਸੇ ਹੋਰ ਰੱਬ ਨੂੰ ਪੁਕਾਰਦਾ ਤੇ ਉਹ ਕੀ ਕੀਤਾ ਜਾਵੇ? ਕੀ ਕੀਤਾ ਜਾਵੇ? ਸ਼ੇਰਾਂ ਦੇ, ਭੁੱਖੇ ਸ਼ੇਰਾਂ ਦੇ ਘੂਰੇ ਦੇ ਵਿੱਚ ਸੁੱਟਿਆ ਜਾਵੇ ਤਾਂ ਜੋ ਸ਼ੇਰ ਉਹਨੂੰ ਖਾਣ ਤੇ ਉਹ ਮਾਰ ਦਿੱਤਾ ਜਾਵੇ। ਔਰ ਜਦੋਂ ਇਹ ਰੂਲ ਪਾਸ ਹੋ ਗਿਆ, ਇਹ ਰੂਲ ਏਦਾਂ ਦਾ ਸੀਗਾ ਕਿ ਜਿਹੜਾ ਰੱਦ ਨਹੀਂ ਹੋ ਸਕਦਾ। ਫਾਰਸੀਆਂ ਦਾ ਰੂਲ ਸੀਗਾ ਉਸ ਸਮੇਂ, ਉਹ ਰੱਦ ਨਹੀਂ ਹੋ ਸਕਦਾ ਸੀਗਾ। ਔਰ ਰਾਜੇ ਨੇ ਉਹਦੇ ਉੱਪਰ ਆਪਣੀ ਅੰਗੂਠੀ ਦੇ ਨਾਲ ਮੋਹਰ ਲਗਾ ਦਿੱਤੀ, ਉਹ ਫਿਰ ਕੈਂਸਲ ਨਹੀਂ ਹੋ ਸਕਦਾ ਸੀਗਾ। ਜਦੋਂ ਦਾਨੀਏਲ, ਬਾਈਬਲ ਕਹਿੰਦਾ, ਪ੍ਰਾਰਥਨਾ ਕਰ ਰਿਹਾ, ਲੋਕਾਂ ਨੇ ਦੇਖਿਆ ਕਿ ਉਹ ਤਾਂ ਯਹੋਵਾ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦਾ। ਫਿਰ ਲੋਕਾਂ ਨੇ ਚੁਗਲੀ ਲਾਈ ਰਾਜੇ ਨੂੰ, ਕਹਿੰਦਾ ਵੀ ਉਹ ਕਿਸੇ ਹੋਰ ਰੱਬ ਦੀ ਉਪਾਸਨਾ ਕਰਦਾ, ਤੁਸੀਂ ਮਨਾ ਕੀਤਾ ਸੀ ਔਰ ਤੁਸੀਂ ਰੂਲ ਪਾਸ ਕੀਤਾ ਸੀ, ਇਹ ਹੁਣ ਸਜ਼ਾ ਦਾ ਹੱਕਦਾਰ ਆ। ਦੱਸੋ, ਪਵਿੱਤਰ ਬਣਨਾ, ਧਾਰਮਿਕ ਬਣਨਾ, ਉਹਦੇ ਲਈ ਕੀ ਹੋ ਗਿਆ? ਅੱਗੇ ਪ੍ਰੀਖਿਆ ਆ ਗਈ। ਉਹਦਾ ਕੀ ਕਸੂਰ ਆ? ਪਰ ਉਹ ਪਰਮੇਸ਼ਵਰ ਦੇ ਅੱਗੇ ਬੁੜਬੁੜਾਇਆ ਨਹੀਂ, ਪਰਮੇਸ਼ਵਰ ਦੇ ਅੱਗੇ ਉਹਨੇ ਕੁਝ
ਦੁੱਖ ਨਹੀਂ ਰੋਇਆ। ਬਾਈਬਲ ਕਹਿੰਦਾ ਜਿੱਦਾਂ ਉਹ ਪਹਿਲਾਂ ਪ੍ਰਾਰਥਨਾ ਕਰਦਾ ਸੀ ਉਦਾਂ ਹੀ ਉਹਨੇ ਪ੍ਰਾਰਥਨਾ ਕੀਤੀ। ਆਪਣੇ ਰੂਮ 'ਚ ਗਿਆ, ਯਰੂਸ਼ਲਮ ਵੱਲ ਦੀ ਖਿੜਕੀ ਨੂੰ ਖੋਲਿਆ, ਗੋਡੇ ਟੇਕੇ ਔਰ ਖੁਦਾ ਨੂੰ ਧੰਨਵਾਦ ਦੇਣਾ ਸ਼ੁਰੂ ਕੀਤਾ। ਜਿੱਦਾਂ ਕਹਿੰਦੇ ਉਹ ਪਹਿਲਾਂ ਧੰਨਵਾਦ ਦਿੰਦਾ ਸੀ ਉਦਾਂ ਹੀ ਉਹਦੇ ਪ੍ਰਾਰਥਨਾ ਦੇ ਸ਼ਬਦ ਨਹੀਂ ਬਦਲੇ ਕਿ ਪ੍ਰਭੂ ਮੇਰੇ ਵੈਰੀਆਂ ਨੂੰ ਮਾਰ, ਮੇਰੇ ਵੈਰੀਆਂ ਤੋਂ ਮੇਰਾ ਬਦਲਾ ਲੈ, ਉਹਨਾਂ ਨੂੰ ਭਸਮ ਕਰ ਦੇ। ਨਹੀਂ, ਐਦਾਂ ਦੇ ਕੋਈ ਸ਼ਬਦ ਨਹੀਂ ਸੀਗੇ ਉਹਦੇ। ਬਾਈਬਲ ਕਹਿੰਦਾ ਜਦੋਂ ਪਹਿਲਾਂ ਦੁਆ ਕਰਦਾ ਸੀ ਉਦਾਂ ਹੀ ਉਹਨੇ ਦੁਆ ਕੀਤੀ। ਔਰ ਬਾਈਬਲ ਕਹਿੰਦਾ ਜਦੋਂ ਰਾਜੇ ਨੇ ਫਿਰ ਹੁਕਮ ਜਾਰੀ ਕਰਤਾ ਸੀ ਉਹਨੂੰ ਸ਼ੇਰਾਂ ਦੇ ਘੂਰੇ 'ਚ ਸੁੱਟਿਆ ਗਿਆ, ਤੇ ਬਾਈਬਲ ਕਹਿੰਦਾ ਰਾਜਾ ਡਰਿਆ, ਘਬਰਾਇਆ ਔਰ ਉਹਨੇ ਵਰਤ ਰੱਖ ਲਿਆ ਰਾਤ ਦਾ, ਪੂਰੀ ਰਾਤ ਕੁਝ ਖਾਧਾ ਨਹੀਂ। ਔਰ ਜਦੋਂ ਤੜਕਾ ਹੋਇਆ ਤੇ ਘੂਰੇ ਦੇ ਬਾਹਰ ਜਾ ਕੇ ਦਾਨੀਅਲ ਨੂੰ ਆਵਾਜ਼ ਲਗਾ ਕੇ ਆਖਦਾ ਕਿ ਹੇ ਦਾਨੀਅਲ, ਕੀ ਤੇਰਾ ਰੱਬ ਤੈਨੂੰ ਸ਼ੇਰਾਂ ਤੋਂ ਬਚਾਉਣ ਦੇ ਯੋਗ ਹੋਇਆ? ਤੇ ਬਾਈਬਲ ਕਹਿੰਦਾ ਅੰਦਰੋਂ ਆਵਾਜ਼ ਆਈ ਦਾਨੀਅਲ ਦੀ, ਕਹਿੰਦਾ ਹੇ ਰਾਜਨ, ਜੁਗੋ ਜੁਗ ਜੀਓ। ਕਹਿੰਦਾ ਮੇਰਾ ਪਰਮੇਸ਼ਵਰ ਜਿਹਦੇ ਅੱਗੇ ਮੈਂ ਬੇਦੋਸ਼ਾ ਪਾਇਆ ਗਿਆ ਔਰ ਤੇਰੇ ਅੱਗੇ ਵੀ ਮੈਂ ਬੇਦੋਸ਼ਾ ਪਾਇਆ ਗਿਆ, ਉਹ ਮੈਨੂੰ ਕਹਿੰਦਾ ਸ਼ੇਰਾਂ ਦੇ ਭੁੱਖੇ ਸ਼ੇਰਾਂ ਦੇ ਅੱਗੇ ਉਹ ਛਡਾਉਣ ਦੇ ਕਾਬਿਲ ਹੋਇਆ। ਬੋਲੋ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਫਿਰ ਬਾਈਬਲ ਕਹਿੰਦਾ ਆ ਜਿਨ੍ਹਾਂ ਨੇ ਪਲਾਨ ਰਚਿਆ ਸੀਗਾ ਦਾਨੀਅਲ ਦੇ ਵਰ ਖਿਲਾਫ, ਫਿਰ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਸਣੇ ਬੱਚਿਆਂ ਸਣੇ ਉਸ ਸ਼ੇਰਾਂ ਦੇ ਘੂਰੇ 'ਚ ਸੁੱਟਿਆ ਗਿਆ। ਤੇ ਬਾਈਬਲ ਕਹਿੰਦਾ ਸ਼ੇਰਾਂ ਨੇ ਉਹਨੂੰ ਹੇਠਾਂ ਵੀ ਨਹੀਂ ਉਤਰਨ ਦਿੱਤਾ, ਉਤੋਂ ਆਉਂਦਿਆਂ ਹੀ ਫੜ ਕੇ ਤੇ ਉਹਨਾਂ ਨੂੰ ਮਾਰ ਸੁੱਟਿਆ, ਖਾ ਲਿਆ ਉਹਨਾਂ ਨੂੰ। ਫਿਰ ਰਾਜੇ ਨੇ ਇੱਕ ਹੁਕਮ ਜਾਰੀ ਕਰ ਦਿੱਤਾ ਕਿ ਜਿਹੜਾ ਦਾਨੀਅਲ ਦੇ ਰੱਬ ਦੇ ਵਰ ਖਿਲਾਫ ਕੁਝ ਬੋਲੇਗਾ ਉਹ ਮਾਰਿਆ ਜਾਏਗਾ, ਉਹ ਜਾਨੋਂ ਮਾਰਿਆ ਜਾਏਗਾ। ਬੋਲੋ ਹਾਲੇਲੂਇਆ। ਇਹ ਆ ਜਦੋਂ ਟੈਸਟ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਆ, ਤੁਸੀਂ ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨੀ ਆ। ਉਹ ਟੈਸਟ ਖੁਦਾ ਦੇ ਵੱਲੋਂ ਨਹੀਂ ਆ, ਤੁਹਾਡੀਆਂ ਸਿਚੁਏਸ਼ਨਸ, ਜੋ ਘਰੇਲੂ ਸਾਡੀਆਂ ਆਦਤਾਂ ਹੁੰਦੀਆਂ ਆ, ਜੋ ਘਰੇਲੂ ਸਾਡੀ ਜ਼ਿੰਦਗੀਆਂ ਦੇ ਵਿੱਚ ਕੁਝ ਵੀ ਹੁੰਦਾ ਆ, ਸਵੇਰ ਤੋਂ ਸ਼ਾਮ ਤੱਕ, ਰਾਤ ਤੋਂ ਫਿਰ ਸਵੇਰ ਤੱਕ ਜੋ ਰੂਟੀਨ ਆ ਸਾਡੀ, ਉਹਦੇ ਵਿੱਚ ਹੀ ਪ੍ਰੀਖਿਆ ਆ ਸਕਦੀ ਆ। ਪਰ ਉਦੋਂ ਬੜਬੜਾਉਣ ਦੀ ਜ਼ਰੂਰਤ ਨਹੀਂ ਆ, ਉਦੋਂ ਪਵਿੱਤਰ ਆਤਮਾ ਤੋਂ ਅਨਸਰ ਮੰਗਣ ਦੀ ਜ਼ਰੂਰਤ ਆ। ਪਵਿੱਤਰ ਆਤਮਾ ਤੁਹਾਨੂੰ ਦੱਸੇਗਾ ਇੱਥੇ ਇਹਨੂੰ ਹੈਂਡਲ ਕਿੱਦਾਂ ਕਰਨਾ, और फिर उस दौरान परमेश्वर तानू ऊंचा करेगा। बोलो हालेलुया, हालेलुया। पढ़िए जरा मेरे नाल याकूब दा खत, ओदा 1 नंबर अध्याय, ओदा 2 नंबर पंक्ति, फिर तानू समझ आ जाएगा। याकूब दी पत्री, ओदा 1 नंबर अध्याय, ओदा 2 नंबर पंक्ति। हाँ जी, पढ़िए जी। हे मेरे ਭਰਾਵੋ, ਹਾਂਜੀ, ਜਾਂ ਤੁਸੀਂ ਭਾਂਤ ਦੇ ਪਰਤਾਵਿਆਂ ਵਿੱਚ ਪਵੋ। हे ਮੇਰੇ ਭਰਾਵੋ, ਜਾਂ ਤੁਸੀਂ ਵੱਖ-ਵੱਖ ਪ੍ਰੀਖਿਆਵਾਂ ਦੇ ਵਿੱਚ ਪਵੋ, ਅਲੱਗ-ਅਲੱਗ ਟੈਸਟ ਤੁਹਾਡੇ ਅੱਗੇ ਆ ਜਾਣ। ਜਾਂ ਤੁਸੀਂ ਕਹੋ ਕਿ ਇਹ ਤਾਂ ਖਤਮ ਹੀ ਨਹੀਂ ਹੋ ਰਹੇ, ਇਹ ਤਾਂ ਹਟਦੇ ਨਹੀਂ ਪਏ ਆ। ਆਨੰਦ ਦੀ ਗੱਲ ਇਹ ਆ ਕਿ ਤੁਸੀਂ ਧਾਰਮਿਕਤਾ ਦੀ ਲਾਈਨ ਦੇ ਉੱਪਰ ਚੱਲੇ ਤਾਂ ਪ੍ਰੀਖਿਆਵਾਂ ਤੁਹਾਡੇ ਉੱਪਰ ਆ ਰਹੀਆਂ ਆ। ਇਸ ਗੱਲ ਦਾ ਉਹ ਆਨੰਦ ਮਨਾਉਣ ਦੀ ਜ਼ਰੂਰਤ ਆ ਕਿ ਤੁਹਾਨੂੰ ਪਰਮੇਸ਼ਵਰ ਹੋਰ ਉੱਚਾ ਹੁੰਦਾ ਹੋਇਆ ਦੇਖਣਾ ਚਾਹੁੰਦਾ। ਇਸ ਗੱਲ ਦਾ ਆਨੰਦ ਮਨਾਉਣ ਦੀ ਜ਼ਰੂਰਤ ਆ ਕਿ ਪਰਮੇਸ਼ਵਰ ਤੁਹਾਨੂੰ ਆਪਣੇ ਹੋਰ ਕਰੀਬ ਲੈ ਕੇ ਆਉਣਾ ਚਾਹੁੰਦਾ ਹੈ। ਬੋਲੋ ਹਾਲੇਲੂਇਆ। ਕਹਿੰਦਾ ਹੈ ਮੇਰੇ ਭਰਾਵੋ, ਜਦ ਤੁਸੀਂ ਅਲੱਗ-ਅਲੱਗ ਪ੍ਰੀਖਿਆਵਾਂ ਦੇ ਵਿੱਚ ਪਵੋ, ਇਹਨੂੰ ਪੂਰਨ ਆਨੰਦ ਦੀ ਗੱਲ ਜਾਣੋ। ਇਹਨੂੰ ਕੀ ਕਰਨਾ? ਤੁਸੀਂ ਕੀ ਕਰਨਾ? ਆਨੰਦ ਦੀ ਗੱਲ। ਬੋਲੋ ਆਪਣੇ ਮੂੰਹ ਤੋਂ ਕੀ ਕਰਨਾ? ਆਨੰਦ ਦੀ ਗੱਲ। ਆਨੰਦ ਦੀ ਗੱਲ ਮੰਨਣੀ ਆ। ਉਦੋਂ ਗੁੱਸਾ ਨਹੀਂ ਕਰ ਲੈਣਾ, ਉਦੋਂ ਬੜਬੜਾਉਣਾ ਨਹੀਂ ਆ ਕਿ ਮੈਂ ਇੰਨੀ ਦੁਆ ਕਰਦੀ ਆ, ਮੈਂ ਇੰਨਾ ਦੁਆ ਕਰਦਾ, ਫਿਰ ਵੀ ਆ ਦੁੱਖ ਮੇਰੇ ਅੱਗੇ ਆ, ਫਿਰ ਵੀ ਆ ਸਿਚੁਏਸ਼ਨ ਮੇਰੇ ਅੱਗੇ ਆ, ਹੁਣ ਮੈਂ ਕੀ ਕਰਾਂ? ਜਿਸ ਕੰਮ ਨੂੰ ਖੁਦਾ ਨੇ ਤੁਹਾਡੇ ਕੋਲੋਂ ਛੁਡਵਾਇਆ ਹੁੰਦਾ ਨਾ, ਉਹੀ ਤੁਹਾਡੇ ਅੱਗੇ ਜਦੋਂ ਆਉਂਦਾ, ਸਮਝੋ ਤੁਹਾਡੀ ਪ੍ਰੀਖਿਆ ਹੈ ਉਸ ਸਮੇਂ। ਉਦਾਹਰਨ ਦੇ ਤੌਰ ਤੇ ਜਦੋਂ ਕਿਸੇ ਨੇ ਨਸ਼ਾ ਛੱਡਿਆ, ਪਰਮੇਸ਼ਵਰ ਨੇ ਨਸ਼ੇ ਤੋਂ ਉਹਨੂੰ ਆਜ਼ਾਦ ਕੀਤਾ, दारू ਪੀਣ ਤੋਂ ਆਜ਼ਾਦ ਕੀਤਾ, ਬੀੜੀਆਂ ਪੀਣ ਤੋਂ ਆਜ਼ਾਦ ਕੀਤਾ, ਕਿਉਂਕਿ ਖੁਦਾ ਨੂੰ ਪਤਾ ਇਹਦੇ ਨਾਲ ਇਨਸਾਨ ਦੀ ਉਮਰ ਘਟਦੀ ਆ ਔਰ ਉਹ ਬਲਦੀ ਹੋਈ ਅੱਗ ਦੇ ਵਿੱਚ ਭਸਮ ਕੀਤਾ ਜਾਏਗਾ, ਉਹ ਪ੍ਰਾਣੀ ਜਿਹੜਾ ਨਸ਼ੇ ਦਾ ਆਦੀ ਆ। ਹਾਲੇਲੂਇਆ, ਹਾਲੇਲੂਇਆ। ਔਰ ਜਦੋਂ ਇੱਕ ਇਨਸਾਨ ਨੂੰ ਖੁਦਾ ਡਿਲੀਵਰ ਕਰਦਾ ਆ, ਛੁਡਾਉਂਦਾ ਆ ਇਸ ਬੁਰੀ ਆਦਤ ਤੋਂ, ਜਾਂ ਜੋ ਦੁਸ਼ਟ ਆਤਮਾ ਉਹਦੇ ਅੰਦਰ ਹੈ ਜਿਹੜਾ ਉਹਦੇ ਕੋਲੋਂ ਨਸ਼ਾ ਕਰਵਾਉਂਦਾ, ਜਦੋਂ ਉਹਨੂੰ ਆਜ਼ਾਦੀ ਮਿਲਦੀ ਆ ਤੇ ਫਿਰ ਉਹੀ ਕੰਮ, ਉਹੀ ਸਿਚੁਏਸ਼ਨ ਉਹਦੇ ਸਾਹਮਣੇ ਫਿਰ ਆਉਂਦੀ ਆ। ਚਾਹੇ ਉਹ ਵਿਆਹ ਸ਼ਾਦੀ ਦੇ ਉੱਪਰ ਜਾਵੇ, ਚਾਹੇ ਕਿਸੇ ਰਿਸ਼ਤੇਦਾਰਾਂ ਦੇ ਪ੍ਰੋਗਰਾਮ ਦੇ ਉੱਪਰ ਜਾਵੇ, ਤੇ दारू ਉਹਦੇ ਅੱਗੇ ਆ ਜਾਣੀ ਆ, ਆਪਣੇ ਆਪ ਆ ਜਾਣੀ ਆ। ਇਹ ਆ ਉਸ ਸਮੇਂ ਟੈਸਟ, ਇਹ ਆ ਉਸ ਸਮੇਂ ਟੈਸਟ। ਇਹ ਤੁਹਾਨੂੰ ਏਦਾਂ ਨਾ ਫੀਲ ਹੋਵੇ ਕਿ ਖੁਦਾ ਮੇਰੇ ਸਾਹਮਣੇ ਬੋਤਲ ਲੈ ਆਇਆ, ਕਿ ਖੁਦਾ ਹੁਣ ਮੈਨੂੰ ਦੇਖਦਾ ਕਿ ਮੈਂ ਪੀਵਾਂ ਕਿ ਨਾ ਪੀਵਾਂ। ਹਾਂ, ਏਦਾਂ ਨਹੀਂ ਆ।
ਬਾਈਬਲ ਦੇ ਵਿੱਚ ਮੈਂ ਤੁਹਾਨੂੰ ਸਾਬਿਤ ਕਰਾਂਗਾ। ਇਹਨੂੰ ਜਦੋਂ ਆਪਾਂ ਕੰਟੀਨਿਊ ਕਰਨਾ ਤੁਹਾਨੂੰ ਪਤਾ ਲੱਗ ਜਾਣਾ ਕਿ ਪਰਮੇਸ਼ਵਰ ਕਿਸੇ ਨੂੰ ਪਰਖਦਾ ਨਹੀਂ ਆ। ਬੰਦਾ ਜਦੋਂ ਆਪਣੀਆਂ ਇੱਛਾਵਾਂ ਦੇ ਵਿੱਚ ਫੁਸਲਾਇਆ ਜਾਂਦਾ ਉਦੋਂ ਉਹ ਪ੍ਰੀਖਿਆ ਦੇ ਵਿੱਚ ਪੈਂਦਾ ਹੈ। ਜੋ ਕਮੀ ਤੁਹਾਡੇ ਅੰਦਰ ਆ ਸ਼ੈਤਾਨ ਨੂੰ ਪਤਾ ਆ ਔਰ ਤੁਹਾਨੂੰ ਪਤਾ ਆ ਔਰ ਤੁਹਾਡੇ ਰੱਬ ਨੂੰ ਪਤਾ ਆ। ਸ਼ੈਤਾਨ ਨੇ ਉਹੀ ਕੰਮ ਤੁਹਾਡੇ ਅੱਗੇ ਲਿਆ ਕੇ ਤੁਹਾਨੂੰ ਉੱਥੇ ਪਰਖਣਾ ਆ। ਜਿਹੜਾ ਗੁੱਸਾ ਉਹਦੇ ਕੰਟਰੋਲ 'ਚ ਨਹੀਂ ਆ, ਸ਼ੈਤਾਨ ਨੇ ਸਿਚੁਏਸ਼ਨ ਉਦਾਂ ਦੀ ਕ੍ਰੀਏਟ ਕਰਨੀ ਆ ਕਿ ਇਹ ਗੁੱਸਾ ਕਰੇ ਔਰ ਪ੍ਰੀਖਿਆ ਦੇ ਵਿੱਚ ਪਵੇ। ਹਾਲੇਲੂਇਆ ਹਾਲੇਲੂਇਆ। ਜਿਹੜਾ ਬੰਦਾ ਬੁਰਾ ਦੇਖਣ ਦਾ ਆਦੀ ਆ, ਬੁਰਾ ਦੇਖਣ ਦੀ ਸਿਚੁਏਸ਼ਨ ਉਹਦੇ ਸਾਹਮਣੇ ਆ, ਟੈਸਟ ਉਹਦੇ ਸਾਹਮਣੇ ਆ। ਜੋ ਬੁਰਾ ਸੁਣਨ ਦਾ, ਬੁਰਾ ਕਰਨ ਦਾ ਆਦੀ ਆ, ਉਹੀ ਸਿਚੁਏਸ਼ਨ ਉਹਦੇ ਸਾਹਮਣੇ ਸ਼ੈਤਾਨ ਨੇ ਲੈ ਕੇ ਆਉਣੀ ਆ ਜਾਂ ਉਹੀ ਸਿਚੁਏਸ਼ਨ ਉਹਦੇ ਸਾਹਮਣੇ ਆਉਣੀ ਆ, ਬਾਰ-ਬਾਰ ਆਉਣੀ ਆ, ਬਾਰ-ਬਾਰ ਆਉਣੀ ਆ, ਜਦ ਤੱਕ ਸਾਡੇ ਸਾਹ ਨਹੀਂ ਨਿਕਲਦੇ, ਜਦ ਤੱਕ ਅਸੀਂ ਖੁਦਾ ਦੇ ਕੋਲੋਂ ਨਹੀਂ ਪਹੁੰਚਦੇ। ਇਹ ਸਿਚੁਏਸ਼ਨ ਜਿਹੜੀ ਆ ਤੁਹਾਡੇ ਅੱਗੇ ਬਾਰ-ਬਾਰ ਆਈ ਜਾਣੀ ਹੈ, ਪ੍ਰੀਖਿਆਵਾਂ ਤੁਹਾਡੇ ਅੱਗੇ ਬਾਰ-ਬਾਰ ਆਉਣੀਆਂ ਆ। ਕਿਉਂ? ਕਿਉਂਕਿ ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਲੈਵਲ ਬਾਈ ਲੈਵਲ ਅੱਗੇ ਵਧਦੇ ਚਲੇ ਜਾਓ। ਬੋਲੋ ਹਾਲੇਲੂਇਆ 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 ਹਾਲੇਲੂਇਆ। ਤੇ ਫਿਰ ਉਦੋਂ ਆਨੰਦ ਮਨਾਉਣ ਦੀ ਜ਼ਰੂਰਤ ਆ, ਉਦੋਂ ਖੁਸ਼ੀ ਮਨਾਉਣ ਦੀ ਜ਼ਰੂਰਤ ਆ ਕਿ ਮੈਂ ਧਾਰਮਿਕਤਾ ਦੇ ਰਾਹ ਦੇ ਉੱਪਰ ਜਾ ਰਿਹਾ ਹਾਂ, ਮੈਂ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰ ਰਿਹਾ ਹਾਂ, ਤਾਂ ਹੀ ਇਹ ਪ੍ਰੀਖਿਆ ਮੇਰੇ ਅੱਗੇ ਆ ਰਹੀ ਹੈ। ਜਿਹੜਾ ਹੈ ਹੀ ਪਾਪ ਦੇ ਵਿੱਚ ਆ ਉਹਨੂੰ ਖੁਦਾ ਨੇ ਜਾਂ ਉਹਨੂੰ ਆਪਣੇ ਆਪ ਨੂੰ ਪਰਖ ਕੇ ਕੀ ਮਿਲੇਗਾ? ਮੇਰੀ ਗੱਲ ਨੂੰ ਸਮਝ ਰਹੇ ਆ? ਜਿਹੜਾ 40 ਪਾਪ ਦੇ ਵਿੱਚ ਰਿਹਾ ਆ ਉਹਦੇ ਅੱਗੇ ਪ੍ਰੀਖਿਆ ਵੀ ਆ ਜਾਏਗੀ ਤਾਂ ਉਹਦਾ ਬੈਨੀਫਿਟ ਉਹਨੂੰ ਕੋਈ ਨਹੀਂ ਆ, ਕਿਉਂਕਿ ਆਲਰੇਡੀ ਪਾਪ ਦੇ ਵਿੱਚ ਚੱਲਦਾ ਪਿਆ ਆ। ਹਾਲੇਲੂਇਆ ਹਾਲੇਲੂਇਆ। ਕਹਿੰਦਾ ਜਦੋਂ ਵੱਖ-ਵੱਖ ਅਲੱਗ-ਅਲੱਗ ਪ੍ਰੀਖਿਆਵਾਂ ਦੇ ਵਿੱਚ ਤੁਸੀਂ ਪਵੋ ਤੇ ਫਿਰ ਇਹਨੂੰ ਪੂਰਨ ਆਨੰਦ ਦੀ ਗੱਲ ਜਾਣੋ, ਪੂਰੇ ਆਨੰਦ ਦੀ ਗੱਲ, ਖੁਸ਼ੀ ਮਨਾਉਣ ਦੀ ਜ਼ਰੂਰਤ ਆ ਉਸ ਸਮੇਂ ਕਿ ਮੈਂ ਬਿਲਕੁਲ ਸਹੀ ਰਾਹ ਦੇ ਉੱਪਰ ਜਾ ਰਿਹਾ, ਮੈਂ ਰਾਈਟ ਵੇ ਦੇ ਉੱਪਰ ਜਾ ਰਿਹਾ ਆ। ਹਾਂਜੀ ਪੜ੍ਹੀਏ ਅੱਗੇ। ਕਿਉਂ ਜੋ ਤੁਸੀਂ ਜਾਣਦੇ ਹੋ, ਕਹਿੰਦਾ ਕਿਉਂ ਜੋ ਤੁਸੀਂ ਜਾਣਦੇ ਆ ਭਈ ਤੁਹਾਡੀ ਨਿਸ਼ਚਾ ਦੀ ਪ੍ਰੀਖਿਆ, ਤੁਹਾਡੀ ਨਿਸ਼ਚਾ ਦੀ ਜਿਹੜੀ ਪ੍ਰੀਖਿਆ ਆ ਧੀਰਜ ਬਣਾਉਂਦੀ ਹੈ। ਉਹ ਕੀ ਕਰਦੀ ਆ? ਸਬਰ ਤੁਹਾਡੇ ਅੰਦਰ ਪੈਦਾ ਕਰਦੀ ਆ। ਜਿਹਦੇ ਅੰਦਰ ਸਬਰ ਪੈਦਾ ਹੋ ਗਿਆ ਉਹ ਕਦੀ ਵੀ ਗਿਰ ਨਹੀਂ ਸਕਦਾ, ਉਹ ਕਦੀ ਵੀ ਗੁੰਮਰਾਹ ਨਹੀਂ ਹੋ ਸਕਦਾ, ਉਹ ਕਦੀ ਵੀ ਡਿੱਗ ਨਹੀਂ ਸਕਦਾ। ਪਰਮੇਸ਼ਵਰ ਮੈਨੂੰ ਹੋਣੀ ਦੇ, ਇਹ ਸਬਰ ਵਾਲੇ ਬੰਦੇ ਦਾ ਕੰਮ ਨਹੀਂ ਆ, ਕਿਉਂਕਿ ਪਰਮੇਸ਼ਵਰ ਦਾ ਜਿਹੜਾ ਕੰਮ ਆ ਉਹ ਹੋਲੀ ਆ, ਧੀਰਜ ਦਾ, ਪਰ ਉਹ ਸਦਾ ਦਾ ਆ। ਹਾਲੇਲੂਇਆ। ਸਿਆਣੇ ਕਹਿ ਗਏ ਆ, ਕਹਿੰਦੇ ਕਾਲੀ ਦਾ ਕੰਮ ਇਹਦਾ ਕਹਿੰਦਾ ਕਾਲੀ ਦਾ ਕੰਮ ਸ਼ੈਤਾਨ ਦਾ ਔਰ ਧੀਰਜ ਦਾ ਕੰਮ ਜਿਹੜਾ ਆ ਪਰਮੇਸ਼ਵਰ ਦਾ, ਉਹ ਸਦਾ ਦਾ। ਕਿਉਂਕਿ ਪਰਮੇਸ਼ਵਰ ਬਹੁਤ ਜਲਦੀ ਨਹੀਂ ਦੇ ਦਿੰਦਾ। ਜੇ ਤੁਹਾਨੂੰ ਲੱਗੇ ਕਿ ਤੁਸੀਂ ਮੰਗਿਆ ਪਰਮੇਸ਼ਵਰ ਨੇ ਦੇ ਦਿੱਤਾ, ਨਹੀਂ, ਪਰਮੇਸ਼ਵਰ ਨੇ ਪਹਿਲਾਂ ਪੂਰਾ ਤੁਹਾਨੂੰ ਜਾਂਚਣਾ ਆ ਕਿ ਤੁਸੀਂ ਇਸ ਕਾਬਿਲ ਹੈਗੇ ਆ, ਇਸ ਕਾਬਿਲ ਬਣ ਗਏ ਆ, ਦੈਨ ਪਰਮੇਸ਼ਵਰ ਨੇ ਦੇਣਾ। ਹੁਣ ਇੱਕ ਪੁਰਾਣੀ ਜਲਦੀ ਪਰਮੇਸ਼ਵਰ ਦੇ ਕੋਲੋਂ ਪਵਿੱਤਰ ਆਤਮਾ ਮੰਗੇ ਤਾਂ ਖੁਦਾ ਦੇ ਦੇਵੇ, ਮਿਲਦਾ ਕਿਸੇ ਨੂੰ ਆਸਾਨੀ ਦੇ ਨਾਲ? ਕਿਉਂਕਿ ਪਰਮੇਸ਼ਵਰ ਨੇ ਆਪਣੀ ਪੂਰੀ ਤਸੱਲੀ ਕਰਨੀ ਆ ਕਿ ਇਹ ਗੁੱਸੇ ਦੇ ਵਿੱਚ ਹਾਈਪਰ ਜਦੋਂ ਹੁੰਦਾ ਫਿਰ ਕੀ ਕਰਦਾ, ਜਦੋਂ ਇਹਦੇ ਅੱਗੇ ਸਿਚੁਏਸ਼ਨ ਸਾਹਮਣੇ ਆਉਂਦੀ ਹੈ ਫਿਰ ਕੀ ਕਰਦਾ, ਜਦੋਂ ਇਹਦੇ ਅੱਗੇ ਮਾੜੀ ਸਿਚੁਏਸ਼ਨ ਆਉਂਦੀ ਆ, ਦੁੱਖ ਆਂਦਾ, ਕਸ਼ਟ ਆਂਦਾ, ਲੜਾਈ ਝਗੜਾ ਆਂਦਾ, ਫਿਰ ਇਹ ਪੁਰਾਣੀ ਕੀ ਕਰਦਾ ਜਾਂ ਕੀ ਕਰਦੀ ਆ। ਪਰਮੇਸ਼ਵਰ ਇੰਨੀ ਜਲਦੀ ਨਹੀਂ ਦੇ ਦਿੰਦਾ ਆ। ਜੇ ਤੁਹਾਨੂੰ ਲੱਗੇ ਕਿ ਤੁਸੀਂ ਬਾਈਬਲ ਕਹਿੰਦਾ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ, ਇਹ ਵੀ ਵਚਨ ਤੁਹਾਡੇ ਮੇਰੇ ਲਈ ਆ। ਸਬਰ ਵੀ ਜਿਹੜਾ ਆ ਪ੍ਰੀਖਿਆਵਾਂ ਦੇ ਨਾਲ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪੈਦਾ ਹੁੰਦਾ ਆ। ਹਾਂਜੀ ਪੜ੍ਹੀਏ ਅੱਗੇ। ਅਤੇ ਧੀਰਜ ਦੇ ਕੰਮ ਨੂੰ ਪੂਰਿਆ ਹੋਣ ਦਿਓ। ਕਹਿੰਦੇ ਸਬਰ ਦਾ ਜਿਹੜਾ ਕੰਮ ਆ ਉਹਨੂੰ ਪੂਰਿਆ ਹੋ ਲੈਣ ਦਿਓ, ਭਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ। ਪ੍ਰੀਖਿਆਵਾਂ ਸਾਨੂੰ ਫਿਰ ਸਿੱਧ ਬਣਾਉਂਦੀਆਂ ਆ ਤੇ ਕੰਪਲੀਟ ਕਰਦੀਆਂ ਆ, ਪਰਮੇਸ਼ਵਰ ਦੇ ਅਨੁਸਾਰ ਸਾਨੂੰ ਬਣਾਉਂਦੀਆਂ ਆ। ਹਾਂਜੀ। ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ। ਫਿਰ ਤੁਹਾਨੂੰ ਕਿਸੇ ਗੱਲ ਦਾ ਘਾਟਾ ਕਿਸ ਬੰਦੇ ਨੂੰ? ਜਿਹੜਾ ਟੈਸਟ ਦੇ ਵਿੱਚੋਂ ਪਾਸ ਹੋ ਗਿਆ। ਫੇਲ ਹੋਏ ਵਾਲੇ ਬੰਦੇ ਦੀ ਗੱਲ ਨਹੀਂ ਕਰਦਾ। ਜਿਹੜਾ ਟੈਸਟ ਦੇ ਵਿੱਚੋਂ ਪਾਸ ਹੋ ਗਿਆ, ਸਬਰ ਕਰਕੇ ਬੈਠਾ ਹੈ, ਉਸ ਸਮੇਂ ਜਿਹੜਾ ਸਬਰ ਕਰਕੇ ਬੈਠਾ ਆ ਉਹ ਉਸ ਪ੍ਰਾਣੀ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਔਰ ਮੁਕਟ ਲੈਣ ਦਾ ਹੱਕਦਾਰ ਹੁੰਦਾ ਹੈ ਖੁਦਾ ਦੇ ਕੋਲੋਂ। ਹਾਲੇਲੂਇਆ ਹਾਲੇਲੂਇਆ। ਔਰ ਅੱਗੇ ਕੀ ਲਿਖਿਆ ਜਦੋਂ ਅਸੀਂ 12 ਨੰਬਰ ਪੰਕਤੀ ਨੂੰ ਪੜ੍ਹਦੇ ਹਾਂ? ਹਾਂਜੀ ਕੰਟੀਨਿਊ ਕਰੀਏ ਜੀ 12 ਨੰਬਰ ਪੰਕਤੀ ਤੋਂ। ਤਾਨੂੰ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ। ਮੁਬਾਰਕ ਉਹ ਬੰਦਾ ਆ ਜਿਹੜਾ ਪ੍ਰੀਖਿਆਵਾਂ ਨੂੰ ਸਹਿ ਲੈਂਦਾ ਆ, ਕਿਉਂਕਿ ਜਾਂ ਖਰਾ ਨਿਕਲਿਆ, ਜਾਂ ਉਹਨੇ ਫਤਿਹ ਪਾ ਲਈ, ਜਾਂ ਉਹਨੇ ਜਿੱਤ ਲਿਆ ਕਿ ਜੋ ਸਿਚੁਏਸ਼ਨ ਤੋਂ ਖੁਦਾ ਨੇ ਜਿੱਤੋਂ ਉਹਨੂੰ ਕੱਢਿਆ ਸੀ, ਝੂਠ ਬੋਲਣ ਤੋਂ, ਲਾਲਚ ਤੋਂ, ਨਸ਼ੇ ਤੋਂ, ਬੁਰਾਈ ਤੋਂ, ਗਲਤ ਸੰਗਤੀ ਤੋਂ, ਗਲਤ ਜੌਬ ਤੋਂ, ਗਲਤ ਬਿਜ਼ਨਸ ਤੋਂ, ਜਦੋਂ ਖੁਦਾ ਨੇ ਉਹਨੂੰ ਕੱਢਿਆ ਸੀਗਾ, ਫਿਰ ਉਹੀ ਚੀਜ਼ਾਂ ਉਹਦੇ ਸਾਹਮਣੇ ਆਉਂਦੀਆਂ ਆ। ਉਦੋਂ ਜਦੋਂ ਉਹ ਖਰਾ ਨਿਕਲਦਾ ਖੁਦਾ ਦੀ ਨਜ਼ਰਾਂ 'ਚ, ਜਿੱਤਦਾ ਆ, ਉਸ ਸਿਚੁਏਸ਼ਨ ਨੂੰ ਆਪਣੇ ਉੱਪਰ ਹੈਵੀ ਨਹੀਂ ਹੋਣ ਦਿੰਦਾ, ਉਹਦੇ ਉੱਪਰ ਖੁਦ ਹੈਵੀ ਹੋ ਜਾਂਦਾ ਆ।
ਕਹਿੰਦੇ ਜਾਂ ਉਹ ਖਰਾ ਨਿਕਲਿਆ ਤਾਂ ਉਹਨੂੰ ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ ਤਾਂ ਉਸ ਪ੍ਰਾਣੀ ਨੂੰ ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ ਜਿਹਦਾ ਪ੍ਰਭੂ ਨੇ ਆਪਣੇ ਪ੍ਰੇਮੀਆਂ ਨਾਲ ਵਾਅਦਾ ਕੀਤਾ ਹੈ। ਖੁਦਾ ਨੇ ਆਪਣੇ ਨਾਲ ਪਿਆਰ ਕਰਨ ਵਾਲਿਆਂ ਦੇ ਨਾਲ ਵਾਅਦਾ ਕੀਤਾ ਕਿ ਉਹ ਉਹਨਾਂ ਨੂੰ ਜੀਵਨ ਦਾ ਮੁਕਟ ਦੇਗਾ, ਮਤਲਬ ਸਵਰਗ ਤੱਕ ਲੈ ਕੇ ਜਾਏਗਾ। ਕਹਿੰਦੇ ਜਿੱਥੇ ਮੈਂ ਆ ਉੱਥੇ ਉਹ ਵੀ ਲੋਕ ਹੋਣਗੇ ਜਿਨ੍ਹਾਂ ਨੇ ਪ੍ਰੀਖਿਆਵਾਂ ਦੇ ਉੱਪਰ ਫਤਿਹ ਪਾਈ ਆ, ਸਿਚੁਏਸ਼ਨਸ ਦੇ ਉੱਪਰ ਫਤਿਹ ਪਾਈ ਆ। ਉਹ ਲੋਕ ਕਹਿੰਦੇ ਮੇਰੇ ਨਾਲ ਉੱਥੇ ਹੋਣਗੇ ਕਿ ਖੁਦਾਵੰਦ ਦੇ ਅੱਗੇ ਪ੍ਰੀਖਿਆ ਨਹੀਂ ਆਈ, ਕਿ ਖੁਦਾਵੰਦ ਯਿਸੂ ਮਸੀਹ ਦੇ ਅੱਗੇ ਪ੍ਰੀਖਿਆ ਨਹੀਂ ਆਈ। ਜੋ ਜਿੱਦਾਂ ਹੀ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਧਾਰਮਿਕਤਾ ਦੇ ਵਿੱਚ ਵਧਣ ਦੀ, ਖੁਦਾ ਦੇ ਕੰਮ ਕਰਨ ਦੇ ਲਈ, ਉਦੋਂ ਹੀ ਪ੍ਰੀਖਿਆ ਉਹਨਾਂ ਦੇ ਅੱਗੇ ਆ ਗਈ। ਪੜ੍ਹਿਆ ਕਿਸੇ ਨੇ? ਹਾਂ ਹਾਂਜੀ ਪੜ੍ਹੀਏ ਅੱਗੇ ਬਾਈਬਲ ਦੇ ਵਿੱਚ ਕੀ ਲਿਖਿਆ। ਕੋਈ ਮਨੁੱਖ ਜਦ ਪਰਤਾਇਆ ਜਾਵੇ, ਜਦੋਂ ਵੀ ਕੋਈ ਮਨੁੱਖ ਪਰਤਾਇਆ ਜਾਂਦਾ ਆ ਤਾਂ ਇਹ ਨਾ ਆਖੇ ਫਿਰ ਉਹ ਆਪਣੇ ਮਨ ਦੇ ਵਿੱਚ ਇਹ ਨਾ ਆਖੇ ਭਈ ਮੈਂ ਪਰਮੇਸ਼ਰ ਵੱਲੋਂ ਪਰਤਾਇਆ ਜਾਂਦਾ ਹਾਂ, ਕਿ ਮੈਂ ਪਰਮੇਸ਼ਵਰ ਦੇ ਵੱਲੋਂ ਪਰਤਾਇਆ ਜਾਂਦਾ ਆ। ਕਿਉਂ ਜੋ ਪਰਮੇਸ਼ਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ। ਪਰਮੇਸ਼ਵਰ ਪਾਪ ਨੂੰ ਤੁਹਾਡੇ ਸਾਹਮਣੇ ਰੱਖ ਕੇ ਕਦੀ ਵੀ ਇਨਸਾਨ ਨੂੰ ਪਰਖਦਾ ਨਹੀਂ ਹੈ। ਯਾਦ ਰੱਖਣਾ ਕਿ ਜੇ ਕੋਈ ਗਾਲਾਂ ਕੱਢਣ ਵਾਲਾ ਆ ਤੇ ਉਹਨੂੰ ਉਹਦੇ ਅੱਗੇ ਗੁੱਸੇ ਵਾਲੀ ਸਿਚੁਏਸ਼ਨ ਨੂੰ ਜਿਹੜਾ ਕ੍ਰੀਏਟ ਕਰਦਾ ਉਹ ਪਰਮੇਸ਼ਵਰ ਨਹੀਂ ਹੈ। ਤੁਹਾਡੇ ਜਿਹੜਾ ਅੰਦਰ ਇੱਕ ਆਦਤ ਬਣੀ ਹੋਈ ਆ ਗਾਲਾਂ ਕੱਢਣ ਦੀ, ਉਹੀ ਤੁਹਾਨੂੰ ਪ੍ਰੀਖਿਆ ਦੇ ਵਿੱਚ ਪਾਉਂਦੀ ਹੈ। ਗੁੱਸੇ ਦੇ ਉੱਤੇ ਕੰਟਰੋਲ ਨਾ ਕਰਨਾ ਉਹੀ ਤੁਹਾਨੂੰ ਪ੍ਰੀਖਿਆ ਦੇ ਵਿੱਚ ਪਾਉਂਦਾ, ਨਾ ਕਿ ਪਰਮੇਸ਼ਵਰ। ਨਸ਼ਾ ਕਰਨ ਵਾਲਾ ਬੰਦੇ ਦੇ ਅੱਗੇ ਨਸ਼ਾ ਜਦੋਂ ਆਂਦਾ ਆ ਫਿਰ ਉਹਦਾ ਲਾਲਚ ਆ ਨਸ਼ਾ ਕਰਨਾ। ਉਹ ਆਪਣੀ ਆਦਤ ਨੂੰ ਪੂਰਾ ਕਰ ਰਿਹਾ, ਉਹ ਆਪਣੀ ਇੱਛਾ ਨੂੰ ਪੂਰਾ ਕਰ ਰਿਹਾ ਕਿ ਮੈਂ ਨਸ਼ਾ ਕਰਾਂ ਆਪਣੇ ਲਈ, ਤਾਂ ਉਹ ਪ੍ਰੀਖਿਆ ਦੇ ਵਿੱਚ ਪੈਂਦਾ। ਆਪਣੇ ਸਰੀਰ ਦੀ ਪੂਰਤੀ ਦੇ ਲਈ ਉਹ ਉਸ ਨਸ਼ੇ ਨੂੰ ਕਰਦਾ, ਉਹ ਆਪਣੀ ਜ਼ਰੂਰਤ ਨੂੰ ਪੂਰਾ ਕਰਦਾ ਆਪਣੇ ਲਈ, ਤਾਂ ਉਹ ਪ੍ਰੀਖਿਆ ਦੇ ਵਿੱਚ ਪੈਂਦਾ ਹੈ। ਬਾਈਬਲ ਕਹਿੰਦਾ ਪਰਮੇਸ਼ਵਰ ਬਦੀਆਂ ਨੂੰ ਸਾਹਮਣੇ ਰੱਖ ਕੇ ਕਿਸੇ ਇਨਸਾਨ ਨੂੰ ਪਰਖਦਾ ਨਹੀਂ ਹੈ। ਕਿੰਨੇ ਸਮਝ ਪਾ ਰਹੇ? ਸਮਝ ਆ ਰਹੀ ਹੈ? ਓਕੇ ਹਾਂਜੀ ਪੜ੍ਹੀਏ ਜੀ ਅੱਗੇ। ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ, ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਆ। ਹਾਂਜੀ ਪਰ ਹਰ ਇਹ ਪ੍ਰੀਖਿਆਵਾਂ ਫਿਰ ਕਿੱਥੋਂ ਆਉਂਦੀਆਂ? ਬਾਈਬਲ ਕਹਿੰਦਾ ਨਾ ਪਰਮੇਸ਼ਵਰ ਪਰਖਦਾ ਆ ਤੇ ਨਾ ਬਦੀਆਂ ਨੂੰ ਸਾਹਮਣੇ ਰੱਖ ਕੇ ਕਿਸੇ ਨੂੰ ਪਰਖਦਾ। ਫਿਰ ਇਹ ਪ੍ਰੀਖਿਆਵਾਂ ਆਂਦੀਆਂ ਕਿੱਥੋਂ? ਕਿਸੇ ਨੂੰ ਪਤਾ ਇਹ ਕਿੱਥੋਂ ਆਂਦੀਆਂ ਆ? ਬਾਰ-ਬਾਰ ਸਾਡੇ ਅੱਗੇ ਸਿਚੁਏਸ਼ਨ ਆ ਜਾਂਦੀ ਆ, ਜਿੱਦਾਂ ਹੀ ਅਸੀਂ ਵੱਧ ਰਹੇ ਹਾਂ ਖੁਦਾ 'ਚ, ਜਿੱਦਾਂ ਹੀ ਅਸੀਂ ਧਾਰਮਿਕ ਸੰਗਤੀ ਕਰਦੇ ਹਾਂ, ਜਿੱਦਾਂ ਹੀ ਅਸੀਂ ਚਰਚ ਨੂੰ ਸਮੇਂ ਦਿੰਨੇ ਆ, ਜਿੱਦਾਂ ਹੀ ਅਸੀਂ ਪ੍ਰੇਅਰ ਨੂੰ ਸਮੇਂ ਦਿੰਨੇ ਆ, ਜਿੱਦਾਂ ਹੀ ਅਸੀਂ ਬਾਈਬਲ ਨੂੰ ਸਮੇਂ ਦਿੰਨੇ ਆ, ਨਾਲ ਹੀ ਸਿਚੁਏਸ਼ਨ ਜਿਹੜੀ ਆ ਹੜਬੜਾਹਟ ਵਿੱਚ ਆ ਜਾਂਦੀ ਆ, ਨਾਲ ਹੀ ਹਾਲਾਤ ਜਿਹੜੇ ਆ ਹਿਲਜੁਲ ਕਰਨੇ ਸ਼ੁਰੂ ਹੋ ਜਾਂਦੇ ਆ। ਇਹ ਸਿਚੁਏਸ਼ਨਸ ਕਿੱਦਾਂ ਅੱਗੇ ਆਉਂਦੀਆਂ, ਇਹ ਟੈਸਟ ਕਿੱਦਾਂ ਬੰਦੇ ਦੇ ਅੰਦਰ ਆ ਜਾਂਦੇ ਜਾਂ ਅੱਗੇ ਆ ਜਾਂਦੇ ਆ। ਪੜੋ ਜ਼ਰਾ ਬਾਈਬਲ 'ਚ। ਹਾਂਜੀ ਪਰ ਹਰ ਕੋਈ ਤਦੇ ਪਰਤਾਇਆ ਜਾਂਦਾ ਹੈ, ਹਰ ਕੋਈ ਇਨਸਾਨ ਉਦੋਂ ਪਰਤਾਇਆ ਜਾਂਦਾ ਆ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਕੁਚਲਾਇਆ ਜਾਂਦਾ ਹੈ। ਆਪਣੀਆਂ ਹੀ ਕਾਮਨਾਵਾਂ ਦੇ ਨਾਲ, ਆਪਣੀਆਂ ਹੀ ਇੱਛਾਵਾਂ ਦੇ ਨਾਲ ਭਰਮਾਇਆ ਜਾਂਦਾ ਆ, ਫੁਸਲਾਇਆ ਜਾਂਦਾ ਆ, ਲੁਭਾਇਆ ਜਾਂਦਾ ਆ। ਹਾਂਜੀ ਤਦ ਕਾਮਨਾ ਜਾਂ ਗਰਭਵਤੀ ਹੋਈ ਜਦੋਂ ਇੱਕ ਇਨਸਾਨ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਦਾ ਜੋ ਬਾਈਬਲ ਦੇ ਵਰਖਲਾਫ ਹੈ, ਨਸ਼ਾ ਕਰਨਾ, ਝੂਠ ਬੋਲਣਾ, ਬੁਰਾ ਕਰਨਾ, ਬੁਰਾ ਦੇਖਣਾ, ਮੂੰਹ ਤੋਂ ਬੁਰੇ ਮੰਦਭਾਗੇ ਸ਼ਬਦ ਬੋਲਣੇ ਔਰ ਮੰਦਭਾਗੀ ਜਿਹੜੀ ਸੰਗਤੀ ਆ ਉਹ ਕਰਨੀ, ਪਾਪ ਭਰੀ ਔਰ ਹਾਸਾ ਠੱਠਾ ਕਰਨਾ, ਇਹ ਸਭ ਪਰਮੇਸ਼ਵਰ ਦੇ ਵਚਨ ਦੇ ਵਰਖਲਾਫ ਆ। ਜਦੋਂ ਇਹ ਵਾਲੇ ਕੰਮ ਅਸੀਂ ਆਪਣੀ ਇੱਛਾ ਦੇ ਨਾਲ ਕਰਦੇ ਆ, ਜਦੋਂ ਹੱਸਿਆਂ ਦੀ ਮਖੌਲਿਆਂ ਦੀ ਜੁੰਡੀ ਬਣਾਉਂਦੇ ਆ ਔਰ ਉਹਦੇ ਵਿੱਚ ਜਾ ਕੇ ਅਸੀਂ ਆਪਣੀ ਇੱਛਾ ਦੇ ਨਾਲ ਆਪਣੇ ਆਪ ਨੂੰ ਖੁਸ਼ ਕਰਨ ਦੇ ਲਈ ਉੱਚ ਬਹਿੰਦੇ ਆ, ਤੇ ਬੰਦਾ ਉਦੋਂ ਪਰਤਾਇਆ ਜਾਂਦਾ। ਹਾਲੇਲੂਇਆ। ਜਦੋਂ ਅਸੀਂ ਨਸ਼ਾ ਨਾ ਕਰਨ ਵਾਲੇ ਬੰਦਿਆਂ ਦੇ ਨਾਲ ਸੰਗਤੀ ਨਾ ਕਰਕੇ ਨਸ਼ਾ ਕਰਨ ਵਾਲੇ ਬੰਦਿਆਂ ਦੇ ਨਾਲ ਸੰਗਤੀ ਕਰਨੀ ਆ ਕਿ ਅੱਜ ਮੈਂ ਪਲਾਈ ਆ ਕੱਲ ਉਹ ਪਲਾਊਗਾ, ਫਿਰ ਬੰਦਾ ਪ੍ਰੀਖਿਆਵਾਂ ਦੇ ਵਿੱਚ ਪੈਂਦਾ। ਤੁਸੀਂ ਗਾਲਾਂ ਛੱਡਣੀਆਂ ਚਾਹੁੰਦੇ ਆ ਪਰ ਤਦ ਤੱਕ ਨਹੀਂ ਛੱਡ ਸਕਦੇ, ਬੁਰਾ ਬੋਲਣਾ ਤਦ ਤੱਕ ਨਹੀਂ ਛੱਡ ਸਕਦੇ ਜਦ ਤੱਕ ਤੁਸੀਂ ਆਪਣੇ ਗੁੱਸੇ ਦੇ ਉੱਪਰ ਕਾਬੂ ਨਹੀਂ ਪਾਉਂਦੇ। ਜਦ ਤੱਕ ਤੁਸੀਂ ਗੁੱਸੇ ਤੇ ਕਾਬੂ ਨਹੀਂ ਪਾਉਂਦੇ, ਇਹ ਗਾਲਾਂ ਕੱਢਣ ਵਾਲੀ ਪ੍ਰੀਖਿਆ ਤੁਹਾਡੇ ਉੱਪਰ ਆਈ ਖੜੀ ਆ, ਰੋਜ਼ ਦੀ ਰੋਜ਼ ਆਈ ਖੜੀ ਆ। ਤੁਸੀਂ ਤਦ ਤੱਕ ਇਸ ਪ੍ਰੀਖਿਆ ਤੋਂ ਆਜ਼ਾਦ ਨਹੀਂ ਹੋ ਸਕਦੇ ਜਦ ਤੱਕ ਤੁਸੀਂ ਆਪਣੇ ਗੁੱਸੇ ਨੂੰ ਕੰਟਰੋਲ ਨਹੀਂ ਕਰਦੇ। ਕਿਉਂ ਬਾਈਬਲ ਕਹਿੰਦਾ ਗੁੱਸਾ ਕਰਨਾ ਜ਼ਰੂਰੀ ਆ, ਪਰ ਉਹਦੇ ਵਿੱਚ ਪਾਪ। ਗੁੱਸੇ 'ਚ ਕਿਸੇ ਤੇ ਹੱਥ ਚੱਕਣਾ, ਗੁੱਸੇ ਤੇ ਕਿਸੇ ਨੂੰ ਬੁਰੇ ਸ਼ਬਦ ਬੋਲਣੇ, ਇਹ ਫਿਰ ਪਾਪ ਦਾ ਰੂਪ ਧਾਰਨ ਕਰ ਲੈਂਦਾ। ਗੁੱਸਾ ਕਰਨਾ ਬੁਰੀ ਗੱਲ ਨਹੀਂ ਆ, ਮੈਂ ਬਹੁਤ ਕਰਦਾ ਆ ਬੱਚਿਆਂ ਦੇ ਉੱਪਰ, ਇਹਨਾਂ ਨੂੰ ਪਤਾ ਆ ਬੱਚਿਆਂ ਨੂੰ, ਕਿਉਂਕਿ ਮੇਰਾ ਗੁੱਸਾ ਇੱਕ ਆਤਮਿਕ ਗੁੱਸਾ ਆ, ਸਰੀਰਕ ਨਹੀਂ ਆ ਕਿ ਮੈਂ ਹੱਥ ਚਲਾਵਾਂ।
ਮੇਰੇ ਜਿਹੜੇ ਸ਼ਬਦ ਆ ਉਹ ਹੱਥ ਚਲਾਉਣ ਤੋਂ ਕਿਤੇ ਭਾਰੇ ਆ। ਹਾਲੇਲੂਇਆ। ਜਿਸ ਦਿਨ ਇੱਕ ਇਨਸਾਨ ਹੱਥ ਚੱਕ ਲੈਂਦਾ ਉਹਦੇ ਸ਼ਬਦਾਂ ਦੀ ਜਿਹੜੀ ਆ ਅਹਿਮੀਅਤ ਖਤਮ ਹੋ ਜਾਂਦੀ ਆ। ਅਗਰ ਹਸਬੈਂਡ ਵਾਈਫ ਦਾ ਰਿਸ਼ਤਾ ਆ, ਉਹ ਜਦੋਂ ਉੱਤੇ ਹੱਥ ਚੱਕਿਆ ਗਿਆ ਕਿਸੇ ਦਾ ਵੀ, ਉੱਥੇ ਫਿਰ ਤੁਹਾਡੇ ਸ਼ਬਦਾਂ ਦੀ ਜਿਹੜੀ ਮਹੱਤਵਤਾ ਆ ਉਹ ਖਤਮ ਹੋ ਜਾਂਦੀ ਹੈ। ਤੁਹਾਡੇ ਸ਼ਬਦਾਂ ਦਾ ਮਹੱਤਵ ਇੰਨਾ ਹੋਣਾ ਚਾਹੀਦਾ, ਉਹ ਤੁਹਾਡੇ ਹੱਥ ਚੱਕਣ ਤੋਂ ਕਿਤੇ ਵੱਧ ਹੋਣਾ ਚਾਹੀਦਾ, ਔਰ ਉਹਦਾ ਅਸਰ ਵੀ ਹੋਣਾ ਚਾਹੀਦਾ। ਹਾਲੇਲੂਇਆ। ਖੁਦ ਇੱਕ ਇਨਸਾਨ ਧਾਰਮਿਕ ਨਾ ਹੋਵੇ ਔਰ ਆਪਣੀ ਵਾਈਫ ਨੂੰ ਜਾਂ ਬੱਚਿਆਂ ਨੂੰ ਧਾਰਮਿਕ ਬਣਾਉਣ ਦੀ ਕੋਸ਼ਿਸ਼ ਕਰੇ, ਇਹ ਕਦੀ ਪੋਸੀਬਲ ਨਹੀਂ ਹੋ ਸਕਦਾ। ਹਾਲੇਲੂਇਆ। ਅੱਗੇ ਲਿਖਿਆ, ਜਦੋਂ ਇਨਸਾਨ ਆਪਣੀਆਂ ਹੀ ਕਾਮਨਾਵਾਂ ਦੇ ਨਾਲ, ਸਮਝ ਰਹੇ ਹੋ, ਜੋ ਉਹਦੀ ਇੱਛਾਵਾਂ ਆ ਉਹਦੇ ਵਿੱਚ ਫਸਦਾ ਬੰਦਾ, ਪਰਮੇਸ਼ਵਰ ਨਹੀਂ ਫਸਾਉਂਦਾ ਬੰਦੇ ਨੂੰ ਟੈਸਟ ਦੇ ਵਿੱਚ, ਆਪਣੀਆਂ ਹੀ ਇੱਛਾਵਾਂ ਦੇ ਵਿੱਚ ਜਦੋਂ ਫੁਸਲਾਇਆ ਜਾਂਦਾ ਆ। ਹਾਂਜੀ ਪੜ੍ਹੀਏ ਅੱਗੇ। ਤਦ ਕਾਮਨਾ ਜਦ ਗਰਭਣੀ ਹੋਈ, ਫਿਰ ਜਦੋਂ ਉਹ ਇੱਛਾਵਾਂ ਬੰਦੇ ਦੀਆਂ ਆਪਣੀਆਂ ਆ, ਜਦੋਂ ਪੂਰੀ ਸਿਚੁਏਸ਼ਨ ਅੱਗੇ ਬਣ ਜਾਂਦੀ ਆ, ਜਦੋਂ ਉਹ ਕਾਮਨਾਵਾਂ ਗਰਭਵਤੀ ਹੁੰਦੀਆਂ ਆ, ਤਾਂ ਪਾਪ ਨੂੰ ਜਾਂਦੀ ਹੈ। ਕਿਹਨੂੰ ਜਨਮ ਦਿੰਦੀ ਆ? ਫਿਰ ਉਹ ਪਾਪ ਨੂੰ, ਬੁਰਾ ਦੇਖੀ ਜਾਣਾ, ਬੁਰਾ ਦੇਖੀ ਜਾਣਾ, ਉਹ ਤੁਹਾਨੂੰ ਵਿਭਾਚਾਰ ਕਰਨ ਦੇ ਲਈ ਮਜਬੂਰ ਕਰੇਗਾ। ਜਦੋਂ ਅਸੀਂ ਬੁਰਾ ਦੇਖ ਦੇਖ ਕੇ ਪਾਪ ਆਪਣੇ ਅੰਦਰ ਵਸਾ ਲੈਣਾ ਆ, ਤੇ ਫਿਰ ਉਹ ਤੁਹਾਨੂੰ ਵਿਭਾਚਾਰ ਕਰਨ ਦੇ ਲਈ ਮਜਬੂਰ ਕਰੇਗਾ। ਫਿਰ ਬਾਈਬਲ ਕਹਿੰਦਾ ਆ, ਜਦੋਂ ਕਾਮਨਾਵਾਂ ਸਿਰੇ ਤੇ ਪਹੁੰਚਦੀਆਂ ਆ ਤੇ ਫਿਰ ਪਾਪ ਨੂੰ ਜਨਮ ਦਿੰਦੀਆਂ। ਹਾਲੇਲੂਇਆ। ਹਾਂਜੀ ਪੜ੍ਹੋ ਅੱਗੇ। ਫਿਰ ਕੀ ਹੁੰਦਾ ਆ? ਅਤੇ ਪਾਪ ਜਾਂ ਪਰਵਿਤ ਨੂੰ ਪੁੱਜਦਾ ਹੈ, ਪਾਪ ਜਾਂ ਪੂਰੇ ਵਿੱਤ ਨੂੰ ਪਹੁੰਚਦਾ ਆ, ਜਾਂ ਤਾਂ ਮੌਤ ਨੂੰ ਜਨਮ ਦਿੰਦਾ ਹੈ। ਤੇ ਕਿਹਨੂੰ ਜਨਮ ਦਿੰਦਾ ਆ? ਕਿਹੜੀ ਮੌਤ? ਕਿਹੜੀ ਮੌਤ? ਹਾਂ, ਨਰਕ ਦੇ ਵਿੱਚ ਲੈ ਕੇ ਜਾਣ ਦੇ ਲਈ ਉਹ ਪਾਪ ਫਿਰ ਉਹਦੇ ਪੂਰਾ ਉਹਦੇ ਉੱਪਰ ਆਪਣਾ ਕਬਜ਼ਾ ਜਮਾ ਲੈਂਦਾ ਆ। ਉਹਦੀਆਂ ਆਪਣੀਆਂ ਇੱਛਾਵਾਂ ਦਾ ਪਾਪ, ਖੁਦਾ ਦੀਆਂ ਨਹੀਂ, ਪਵਿੱਤਰ ਆਤਮਾ ਦੀਆਂ ਨਹੀਂ, ਉਹਦੀਆਂ ਆਪਣੀਆਂ ਇੱਛਾਵਾਂ ਜਿਹੜੀਆਂ ਆ ਪਾਪ ਦਾ ਰੂਪ ਜਦੋਂ ਲੈਂਦੀਆਂ ਆ, ਔਰ ਜਦੋਂ ਬੰਦਾ ਉਹਨੂੰ ਆਪਣੇ ਅੰਦਰ ਬੜੋਤਰੀ ਕਰਨ ਦਿੰਦਾ ਆ, ਫਿਰ ਉਹ ਪਾਪ ਨੂੰ ਜਨਮ ਦਿੰਦੀਆਂ। ਫਿਰ ਪਾਪ ਜਦੋਂ ਪੂਰੇ ਵਿੱਤ ਤੇ ਪਹੁੰਚਦਾ ਕਿ ਬੰਦਾ ਕਰ ਹੀ ਲੈਂਦਾ ਆ, ਤੇ ਫਿਰ ਉਹ ਕਿਹਨੂੰ ਜਨਮ ਦਿੰਦੀਆਂ? ਮੌਤ ਨੂੰ, ਜਿਹੜਾ ਕਿ ਨਰਕ ਦਾ ਨਾਮ ਆ। ਹਾਂਜੀ ਪੜ੍ਹੀਏ ਅੱਗੇ। हे ਮੇਰੇ ਪਿਆਰੇ ਭਰਾਵੋ, हे ਮੇਰੇ ਪਿਆਰੇ ਭਰਾਵੋ, ਤੁਸੀਂ ਧੋਖਾ ਨਾ ਖਾਓ। ਤੁਸੀਂ ਹੁਣ ਗੁੰਮਰਾਹ ਨਹੀਂ ਹੋਣਾ, ਧੋਖਾ ਨਹੀਂ ਖਾਣਾ ਆ ਕਿ ਪਰਮੇਸ਼ਵਰ ਹੀ ਮੈਨੂੰ ਪਰਖਦਾ ਪਿਆ, ਪਰਮੇਸ਼ਵਰ ਨੇ ਅੱਗੇ ਮੇਰੇ ਸਿਚੁਏਸ਼ਨ ਇਦਾਂ ਦੀ ਲਿਆ ਕੇ ਰੱਖੀ ਹੈ, ਪਰਮੇਸ਼ਵਰ ਨੇ ਹੀ ਮੈਨੂੰ ਪਤੀ ਇਦਾਂ ਦਾ ਦਿੱਤਾ, ਪਰਮੇਸ਼ਵਰ ਨੇ ਹੀ ਪਤਨੀ ਇਦਾਂ ਦੀ ਦਿੱਤੀ ਆ ਜਿਹੜਾ ਕਿ ਮੈਂ ਪ੍ਰੀਖਿਆਵਾਂ ਚੋਂ ਨਿਕਲ ਹੀ ਨਹੀਂ ਰਿਹਾ। ਹਾਂ ਨਹੀਂ, ਕਹਿੰਦਾ हे ਮੇਰੇ ਪਿਆਰੇ ਭਰਾਵੋ, ਤੁਸੀਂ ਧੋਖਾ ਨਾ ਖਾਓ। ਹਾਂਜੀ। ਹਰੇਕ ਚੰਗਾ ਦਾਨ, ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ, ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ। ਕਿੱਥੋਂ ਆ? ਕਿੱਥੋਂ ਆ? ਉਹ ਤਾਹਾਂ ਤੋਂ ਆ, ਪਰਮੇਸ਼ਵਰ ਦੇ ਵੱਲੋਂ ਆ। ਇੱਕ ਚੰਗਾ ਦਾਨ ਔਰ ਇੱਕ ਪੂਰਨ ਦਾਤ ਤੁਹਾਨੂੰ ਕੰਪਲੀਟ ਕਰਨ ਵਾਲਾ, ਔਰ ਜੋ ਕੁਝ ਤੁਹਾਨੂੰ ਸਵਰਗ ਤੋਂ ਪ੍ਰਾਪਤ ਹੋਇਆ ਖੁਦਾ ਦੇ ਵੱਲੋਂ, ਇਹ ਪਰਮੇਸ਼ਵਰ ਦੇ ਵੱਲੋਂ ਹੀ ਹੋਇਆ ਆ, ਕਿਸੇ ਇਨਸਾਨ ਦੇ ਵੱਲੋਂ ਨਹੀਂ ਆ, ਤੁਹਾਡੇ ਆਪਣੇ ਇੱਛਾਵਾਂ ਦੇ ਨਾਲ ਨਹੀਂ ਆ, ਇਹ ਪਰਮੇਸ਼ਵਰ ਦੀ ਇੱਛਾ ਦੇ ਨਾਲ ਤੁਹਾਨੂੰ ਪ੍ਰਾਪਤ ਹੋਇਆ ਆ। ਹਾਂਜੀ। ਅਤੇ ਜੋਤਾਂ ਦੇ ਪਿਤਾ ਵੱਲੋਂ ਉੱਤਰ ਆਉਂਦੀ ਹੈ। ਇਹ ਜਿਹੜੀ ਚੰਗਾ ਦਾਨ ਔਰ ਪੂਰਨ ਦਾਤਾਂ ਜਿਹੜੀਆਂ ਆ, ਇਹ ਖੁਦਾ ਦੇ ਵੱਲੋਂ ਉੱਤਰ ਕੇ ਆਉਂਦੀਆਂ ਆ, ਜਿਹਦੇ ਵਿੱਚ ਨਾ ਬੱਦਲ ਅਤੇ ਨਾ ਉਹ ਪਰਛਾਵਾਂ ਹੋ ਸਕਦਾ, ਜਿਹੜਾ ਘੁੰਮਣ ਨਾਲ ਪੈਂਦਾ ਹੈ। ਲਿਖਿਆ ਜਿਹਦੇ ਵਿੱਚ ਨਾ ਬੱਦਲ, ਮਤਲਬ ਨਾ ਚੇਂਜਸ ਹੈ, ਨਾ ਕੁਝ ਬਦਲਾਵ ਆ। ਜਿੱਦਾਂ ਕਿ ਅੱਜ ਸਵੇਰ ਤੁਸੀਂ ਇੱਕ ਚੀਜ਼ ਨੂੰ ਖੜਿਆ ਕਰੋ, ਔਰ ਸਵੇਰ ਉਹਦਾ ਪਰਛਾਵਾਂ ਇੱਧਰ ਨੂੰ ਹੋਏਗਾ, ਔਰ ਸ਼ਾਮ ਨੂੰ ਸੂਰਜ ਉਧਰ ਚਲਾ ਗਿਆ ਤਾਂ ਉਹਦਾ ਪਰਛਾਵਾਂ ਦੂਸਰੇ ਪਾਸੇ ਹੋ ਜਾਏਗਾ। ਕਹਿੰਦਾ ਪਰਮੇਸ਼ਵਰ ਦੀਆਂ ਦਾਤਾਂ ਏਦਾਂ ਬਦਲਣ ਵਾਲੀਆਂ ਨਹੀਂ ਆ ਕਿ ਸ਼ੁਰੂਆਤ ਦੇ ਵਿੱਚ ਉਹ ਤੁਹਾਨੂੰ ਪੂਰਾ ਜ਼ੋਰ ਦੇ ਦੇਵੇ, ਔਰ ਥੋੜਾ ਸਮਾਂ ਕਰਕੇ ਫਿਰ ਤੁਹਾਡਾ ਪ੍ਰਾਰਥਨਾ ਕਰਨ ਨੂੰ ਮਨ ਨਾ ਲੱਗੇ। ਏਦਾਂ ਦੀਆਂ ਦਾਤਾਂ ਪਰਮੇਸ਼ਵਰ ਦੀਆਂ ਨਹੀਂ ਆ। ਉਹਦੀਆਂ ਦਾਤਾਂ ਦੇ ਵਿੱਚ ਚੇਂਜਸ ਨਹੀਂ ਆ, ਜਿੱਦਾਂ ਪਰਛਾਵੇਂ ਦੇ ਵਿੱਚ ਚੇਂਜਸ ਹੁੰਦਾ ਆ, ਏਦਾਂ ਦੀਆਂ ਦਾਤਾਂ ਪਰਮੇਸ਼ਵਰ ਦੀਆਂ ਨਹੀਂ ਆ। ਉਹ ਸਟਿਲ ਆ, ਉਹ ਸਦਾ ਦੀਆਂ ਆ, ਉਹ ਇੱਕੋ ਜਿਹੀਆਂ ਆ। ਜੇ ਪਰਮੇਸ਼ਵਰ ਸਦਾ ਤੋਂ ਇੱਕੋ ਜਿਹਾ ਆ ਤੇ ਉਹਦੀਆਂ ਦਾਤਾਂ ਵੀ ਇੱਕੋ ਜਿਹੀਆਂ ਆ। ਬੋਲੋ ਹਾਲੇਲੂਇਆ। ਉਹ ਨਾ ਬਦਲਣ ਵਾਲਾ ਪਰਮੇਸ਼ਵਰ ਆ ਤੇ ਉਹਦੀਆਂ ਦਾਤਾਂ ਵੀ ਨਾ ਬਦਲਣ ਵਾਲੀਆਂ ਆ। ਪਵਿੱਤਰ ਆਤਮਾ ਦਾ ਕੋਈ ਲੈਵਲ ਨਹੀਂ ਆ ਕਿ ਉਹ ਤੁਹਾਨੂੰ ਸਟਾਰਟਿੰਗ ਦੇ ਵਿੱਚ 100% ਦੇਵੇ, ਉਹ ਜਿੱਦਾਂ ਪੁਰਾਣਾ ਹੋਈ ਜਾਵੇ ਤਾਂ ਉਹ ਘਟਦਾ ਜਾਵੇ, ਏਦਾਂ ਨਹੀਂ ਆ। ਪਰਮੇਸ਼ਵਰ ਦਾ ਅਭਿਸ਼ੇਕ ਵੀ ਏਦਾਂ ਨਹੀਂ ਆ, ਪਰ ਤੁਹਾਡੀਆਂ ਕਾਮਨਾਵਾਂ ਇਹਨਾਂ ਦਾ ਅਨੁਗ੍ਰਹਿ ਘਟਾਉਂਦੀਆਂ ਤੁਹਾਡੀ ਜ਼ਿੰਦਗੀਆਂ ਦੇ ਉੱਪਰ। ਤੁਹਾਡੀਆਂ ਇੱਛਾਵਾਂ, ਇਹਨਾਂ ਦੀ ਸ਼ਕਤੀ, ਇਹਨਾਂ ਦੀ ਪਾਵਰ, ਇਹਨਾਂ ਦਾ ਅਧਿਕਾਰ ਤੁਹਾਡੀ ਜ਼ਿੰਦਗੀਆਂ ਦੇ ਉੱਪਰ ਘਟਾਉਂਦਾ ਆ।
ਪਰ ਪਰਮੇਸ਼ਵਰ ਪੂਰਨ ਦਾਤ ਤੁਹਾਨੂੰ ਦਿੰਦਾ ਆ, ਕੰਪਲੀਟ ਕਰਕੇ ਦਿੰਦਾ, ਅਧੂਰਾ ਨਹੀਂ ਦਿੰਦਾ। ਹਾਲੇਲੂਇਆ। ਹਾਂਜੀ ਪੜ੍ਹੀਏ ਅੱਗੇ, ਕਹਿੰਦਾ ਨਾ ਉਹਦੇ ਵਿੱਚ ਬੱਦਲ ਆ ਤੇ ਨਾ ਉਹ ਪਰਛਾਵਾਂ ਹੋ ਸਕਦਾ ਜਿਹੜਾ ਘੁੰਮਣ ਦੇ ਨਾਲ ਪੈਂਦਾ ਆ। ਕੁਝ ਵੀ ਚੇਂਜਸ ਨਹੀਂ ਆ। ਪਰਮੇਸ਼ਵਰ ਜੋ ਕੁਝ ਦਿੰਦਾ ਉਹ ਉਦਾਂ ਹੀ ਰਹਿੰਦਾ ਆ ਮਰਦੇ ਦਮ ਤੱਕ, ਅਗਰ ਬੰਦਾ ਟੈਸਟ ਦੇ ਵਿੱਚੋਂ ਕਲੀਅਰ ਹੁੰਦਾ ਜਾਵੇ। ਹਾਲੇਲੂਇਆ। ਹਾਂਜੀ ਪੜ੍ਹੀਏ ਅੱਗੇ, ਉਹਨੇ ਆਪਣੀ ਹੀ ਮਨਸ਼ਾ ਤੋਂ ਸਾਨੂੰ ਸੱਚਾਈ ਦੇ ਵਚਨ ਨਾਲ ਜਨਮ ਦਿੱਤਾ। ਉਹਨੇ ਆਪਣੀ ਇੱਛਾ ਦੇ ਨਾਲ, ਨਾ ਕਿ ਇਨਸਾਨ ਦੀ ਇੱਛਾ ਦੇ ਨਾਲ। ਬਾਈਬਲ ਕਹਿੰਦਾ ਇਨਸਾਨ ਦੀਆਂ ਆਪਣੀਆਂ ਇੱਛਾਵਾਂ ਉਹਨੂੰ ਪ੍ਰੀਖਿਆਵਾਂ ਦੇ ਵਿੱਚ ਪਾਉਂਦੀਆਂ ਆ। ਔਰ ਇੱਥੇ ਲਿਖਿਆ ਕਿ ਪਰਮੇਸ਼ਵਰ ਦੀ ਮਨਸ਼ਾ ਤੋਂ ਸਾਨੂੰ ਜਿਹੜਾ ਸੱਚਾਈ ਦੇ ਵਚਨ ਦੇ ਨਾਲ ਜਨਮ ਦਿਵਾਇਆ ਹੈ। ਪਰਮੇਸ਼ਵਰ ਦੀ ਆਪਣੀ ਇੱਛਾ ਆ ਕਿ ਅਸੀਂ ਧਰਤੀ ਦੇ ਉੱਪਰ, ਤੁਸੀਂ ਤੇ ਮੈਂ ਆਏ ਆ ਔਰ ਅੱਜ ਖੁਦਾ ਦੀ ਹਜ਼ੂਰੀ 'ਚ ਬੈਠੇ ਆ ਔਰ ਬੜੇ ਹੀ ਅਦਬ ਦੇ ਨਾਲ ਖੁਦਾ ਦੇ ਕਲਾਮ ਨੂੰ ਸੁਣਦੇ ਆ। ਇਹਦੇ ਵਿੱਚ ਪਰਮੇਸ਼ਵਰ ਦੀ ਮਨਸ਼ਾ ਆ, ਪਰਮੇਸ਼ਵਰ ਦੀ ਇੱਛਾ ਆ। ਹਾਲੇਲੂਇਆ, 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 ਹਾਲੇਲੂਇਆ। ਕਿੰਨਿਆਂ ਨੂੰ ਸਮਝ ਲੱਗਦੀ ਹੈ? ਸਮਝ ਆ ਰਹੀ ਹੈ ਕਿ ਬੰਦਾ ਖੁਦ ਪ੍ਰੀਖਿਆਵਾਂ ਦੇ ਵਿੱਚ ਪੈਂਦਾ ਆ, ਨਾ ਕਿ ਪਰਮੇਸ਼ਵਰ ਬੰਦੇ ਨੂੰ ਪਾਉਂਦਾ ਆ। ਮਤਲਬ ਜੇ ਪ੍ਰੀਖਿਆ ਆ ਰਹੀ ਹੈ, ਇੱਥੇ ਆਨੰਦ ਕਰਨ ਦੀ ਜ਼ਰੂਰਤ ਆ ਕਿ ਮੈਂ ਸਹੀ ਚੱਲਦੀ ਪਈ ਹਾਂ, ਕਿ ਮੈਂ ਸਹੀ ਚੱਲਦਾ ਪਿਆ ਆ। ਬੋਲੋ ਹਾਲੇਲੂਇਆ। ਲਿਖਿਆ ਉਹਨੇ ਆਪਣੀ ਹੀ ਮਨਸ਼ਾ ਤੋਂ ਸਾਨੂੰ ਸੱਚਾਈ ਦੇ ਵਚਨ ਦੇ ਨਾਲ ਜਨਮ ਦਿੱਤਾ, ਭਈ ਅਸੀਂ ਉਹਦੀਆਂ ਰਚਨਾ ਦੇ ਵਿੱਚੋਂ ਪਹਿਲੇ ਫਲ ਜਿਹੇ ਹੋਈਏ। ਹਾਲੇਲੂਇਆ, ਹਾਲੇਲੂਇਆ। ਕਿ ਅਸੀਂ ਖੁਦਾ ਦੇ ਲਈ ਪਹਿਲੇ ਫਲ ਜਿਹੇ, ਕਿ ਸਾਡੀ ਜ਼ਿੰਦਗੀ 'ਚੋਂ ਖੁਦਾ ਨੂੰ ਪਹਿਲ ਮਿਲਦੀ ਹੈ ਪ੍ਰਾਰਥਨਾ ਦੇ ਵਿੱਚ, ਦਾਨ ਦਸਵੰਧ ਦੇਣ ਦੇ ਵਿੱਚ, ਚਰਚ ਦੇ ਵਿੱਚ ਸਮੇਂ ਦੇਣ ਦੇ ਵਿੱਚ ਔਰ ਖੁਦਾ ਦੇ ਕੰਮਾਂ ਦੇ ਵਿੱਚ, ਕਿ ਦੂਸਰਾ ਸਥਾਨ ਤਾਂ ਨਹੀਂ ਹੈ। ਪਰਮੇਸ਼ਵਰ ਨੇ ਆਪਣੀ ਇੱਛਾਵਾਂ ਦੇ ਨਾਲ ਸਾਨੂੰ ਸੱਚਾਈ ਦੇ ਵਚਨ ਦੇ ਨਾਲ ਜਨਮ ਦਵਾਇਆ। ਕਾਹਦੇ ਲਈ? ਕਿ ਅਸੀਂ ਉਹਦੇ ਲਈ ਪਹਿਲੇ ਫਲ ਜਿਹੇ ਹੋਈਏ। ਬੋਲੋ ਹਾਲੇਲੂਇਆ, ਹਾਲੇਲੂਇਆ। ਅੱਜ ਸਾਡਾ ਪਹਿਲੋਠਾ ਬੱਚਾ ਆ, ਕਿ ਉਹ ਪਰਮੇਸ਼ਵਰ ਦੇ ਲਈ ਪਹਿਲੇ ਫਲ ਜਿਹਾ ਆ, ਜਾਂ ਉਹ ਹਲੇ ਤੱਕ ਸ਼ਰਾਰਤਾਂ ਕਰਨ 'ਚ ਹੀ ਆ, ਜਾਂ ਹਲੇ ਤੱਕ ਉਹ ਖੇਡਣ ਕੁੱਦਣ ਦੇ ਵਿੱਚ ਹੀ ਆ, ਜਾਂ ਹਲੇ ਤੱਕ ਉਹ ਮਾੜੀ ਸੰਗਤੀ ਦੇ ਵਿੱਚ ਹੀ ਆ। ਪਰਮੇਸ਼ਵਰ ਨੇ ਜਿਹੜਾ ਸਾਨੂੰ ਪਹਿਲਾ ਫਲ ਦਿੱਤਾ ਉਹ ਕਿੱਧਰ ਆ? ਕਿੱਥੇ ਆ ਉਹ ਜੋ ਪਰਮੇਸ਼ਵਰ ਨੇ ਸਾਡੇ ਉੱਪਰ ਅਭਿਸ਼ੇਕ ਨੂੰ ਜ਼ਾਹਿਰ ਕੀਤਾ? ਉਹ ਕਿੱਥੇ ਆ ਕਿ ਸਾਡੀ ਜ਼ਿੰਦਗੀ 'ਚ ਹੈ? ਪਰਮੇਸ਼ਵਰ ਨੇ ਜੋ ਪਹਿਲਾ ਫਲ ਸਾਨੂੰ ਬਣਾ ਕੇ ਭੇਜਿਆ ਆ, ਸਾਡੇ ਅੰਦਰ ਪਵਿੱਤਰ ਆਤਮਾ ਦਿੱਤਾ, ਉਹ ਕਿੱਥੇ ਆ? ਸਾਡੇ ਅੰਦਰ ਹੀ ਆ। ਬਾਈਬਲ ਕਹਿੰਦਾ ਖੁਦਾ ਨੇ ਹਿਸਾਬ ਲੈਣਾ ਆ। ਜੋ ਸਵਰਗੀ ਸ਼ਬਦ ਉਹਨੇ ਤੁਹਾਨੂੰ ਦਿੱਤੇ, ਪਵਿੱਤਰ ਆਤਮਾ ਤੁਹਾਨੂੰ ਦਿੱਤਾ, ਜੋ ਪਰਮੇਸ਼ਵਰ ਨੇ ਤੁਹਾਨੂੰ ਸਮਝ ਦਿੱਤੀ ਕਿ ਤੁਸੀਂ ਖੁਦਾ ਨੂੰ ਜਾਣ ਸਕੋ। ਅੰਤਰੇ ਦਿਨਾਂ ਦੇ ਵਿੱਚ ਪਰਮੇਸ਼ਵਰ ਨੇ ਉਹਦਾ ਹਿਸਾਬ ਲੈਣਾ ਹੈ ਤੁਹਾਡੇ ਕੋਲੋਂ, ਕਿ ਜੋ ਮੈਂ ਤੁਹਾਨੂੰ ਦਿੱਤਾ ਕਿ ਤੁਸੀਂ ਉਹਨੂੰ ਸਾਂਭ ਕੇ ਰੱਖਿਆ। ਇੱਕ ਨੂੰ 1 ਤੋੜਾ ਮਿਲਿਆ, ਕਿਸੇ ਨੂੰ 2 ਮਿਲੇ, ਕਿਸੇ ਨੂੰ 5 ਮਿਲੇ। ਤੇ ਬਾਈਬਲ ਕਹਿੰਦਾ ਜਦੋਂ ਮਾਲਕ ਵਿਦੇਸ਼ ਤੋਂ ਆਇਆ ਤੇ ਉਹਨੇ ਕੀ ਕੀਤਾ? ਕੀ ਕੀਤਾ? ਉਹਨੇ ਹਿਸਾਬ ਲਿਆ ਉਹਨਾਂ ਦੇ ਕੋਲੋਂ ਕਿ ਤੁਸੀਂ ਸਾਂਭ ਕੇ ਰੱਖਿਆ ਉਹਨੂੰ, ਉਹਦੇ ਵਿੱਚ ਵਾਅਦਾ ਕੀਤਾ, ਜਾਂ ਉਸੇ ਲੈਵਲ ਦੇ ਉੱਪਰ ਖੜੇ ਆ। ਮਸੀਹ ਦੇ ਵਿੱਚ ਵਧਣਾ ਬਹੁਤ ਜ਼ਰੂਰੀ ਆ। ਇੱਕ ਲੈਵਲ ਦੇ ਉੱਪਰ ਖੜੇ ਹੋਣਾ ਇਹ ਮਾੜੀ ਗੱਲ ਆ, ਇਹ ਚੰਗੀ ਗੱਲ ਨਹੀਂ ਆ। ਪਰਮੇਸ਼ਵਰ ਚਾਹੁੰਦਾ ਆ ਕਿ ਅਸੀਂ ਤਰੱਕੀ ਕਰਦੇ ਜਾਈਏ। ਇੱਕੋ ਹੀ ਥਾਂ ਤੇ ਖੜੇ ਰਹੋਗੇ ਤੇ ਤੁਸੀਂ ਪਰਮੇਸ਼ਵਰ ਨੂੰ ਪਾ ਨਹੀਂ ਸਕਦੇ। ਪਾਣੀ ਅਗਰ ਇੱਕ ਥਾਂ ਤੇ ਖੜਾ ਰਹੇਗਾ ਨਾ, ਕਿੰਨੇ ਦਿਨਾਂ ਤੱਕ ਉਹ ਬਦਬੂ ਮਾਰਨ ਲੱਗ ਜਾਏਗਾ। ਜਿੱਥੇ ਤੁਸੀਂ ਨਦੀਆਂ ਦੇਖੋ ਜਾਂ ਸਮੁੰਦਰ ਦੇਖੋ ਜਾਂ ਲਹਿਰਾਂ ਦੇਖੋ, ਕੁਝ ਵੀ ਆ, ਜਦੋਂ ਪਾਣੀ ਚੱਲਦਾ ਨਾ ਉਹ ਫਿਰ ਪੀਣ ਦੇ ਯੋਗ ਵੀ ਆ ਔਰ ਯੂਜ਼ ਕਰਨ ਦੇ ਯੋਗ ਵੀ ਆ। ਔਰ ਜਿੱਥੇ ਪਾਣੀ ਖੜ ਗਿਆ ਨਾ, ਕਿਸੇ ਖੱਡੇ ਦੇ ਵਿੱਚ, ਕਿਸੇ ਟੋਭੇ ਦੇ ਵਿੱਚ, ਉੱਥੇ ਫਿਰ ਗੰਦਗੀ ਪੈਦਾ ਹੋ ਜਾਂਦੀ, ਉਹ ਪਾਣੀ ਫਿਰ ਪੀਣ ਜੋਗਾ ਨਹੀਂ ਆ। ਇਸੇ ਤਰ੍ਹਾਂ ਮਸੀਹ ਇਨਸਾਨ ਦਾ ਜੀਵਨ ਆ। ਅਗਰ ਇੱਕ ਥਾਂ ਤੇ ਤੁਸੀਂ ਖੜ ਗਏ ਆ ਤੇ ਤੁਹਾਡੀ ਜ਼ਿੰਦਗੀ ਤੋਂ, ਆਤਮਿਕ ਜ਼ਿੰਦਗੀ ਤੋਂ ਬਦਬੂ ਆਉਣ ਲੱਗ ਜਾਣੀ ਆ। ਫਿਰ ਪਾਪ ਦੇ ਉੱਪਰ ਤੁਸੀਂ ਫਤਿਹ ਨਹੀਂ ਪਾ ਸਕਦੇ। ਇੱਕ ਕ੍ਰਿਸਚੈਨਿਟੀ ਦਾ ਆਤਮਿਕ ਤੌਰ ਤੇ ਮੈਂ ਤੁਹਾਨੂੰ ਗੱਲ ਦੱਸਦਾ, ਇੱਕ ਰੂਲ ਆ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਚੇਂਜ ਆਣਾ। ਚੇਂਜ ਆਣਾ ਬਹੁਤ ਜ਼ਰੂਰੀ ਆ। ਮਤਲਬ ਤਰੱਕੀ ਕਰਦੇ ਰਹਿਣਾ, ਲੈਵਲ ਬਾਈ ਲੈਵਲ ਅੱਗੇ ਵਧਦੇ ਜਾਣਾ। ਅਗਰ ਤੁਸੀਂ ਇੱਕੋ ਹੀ ਲੈਵਲ ਦੇ ਉੱਪਰ ਖੜੇ ਆ ਤੇ ਤੁਸੀਂ ਅੱਗੇ ਵਧ ਨਹੀਂ ਸਕਦੇ। ਜੋ ਪ੍ਰੀਖਿਆਵਾਂ ਤੁਹਾਡੇ ਅੱਗੇ ਆਣੀਆਂ, ਤੁਸੀਂ ਉਹ 'ਚੋਂ ਕਲੀਅਰ ਨਹੀਂ ਹੋ ਸਕਦੇ। ਤੁਸੀਂ ਉਸ ਟੈਸਟ ਦੇ ਵਿੱਚੋਂ ਪਾਸ ਨਹੀਂ ਹੋ ਸਕਦੇ। ਬੱਚਾ ਪੂਰਾ ਸਾਲ ਸਕੂਲ ਜਾਂਦਾ, ਸਟੱਡੀ ਕਰਦਾ, ਯਾਦ ਕਰਦਾ, ਫਿਰ ਉਹਦਾ ਟੈਸਟ ਹੁੰਦਾ, ਫਿਰ ਉਹ ਪਾਸ ਹੁੰਦਾ, ਤਾਂ ਅਗਲੀ ਕਲਾਸ ਦੇ ਵਿੱਚ ਜਾਂਦਾ, ਤਾਂ ਤਰੱਕੀ ਕਰਦਾ। ਇਦਾਂ ਹੀ ਮਸੀਹ ਦੇ ਵਿੱਚ ਆ, ਤੁਸੀਂ ਪ੍ਰਭੂ ਦੇ ਵਿੱਚ ਵੱਧਦੇ ਜਾਣਾ, ਵੱਧਦੇ ਜਾਣਾ। ਜਦੋਂ ਟੈਸਟ ਤੁਹਾਡੇ ਅੱਗੇ ਆ ਗਿਆ, ਤੁਸੀਂ ਉਹਨੂੰ ਕਲੀਅਰ ਕਰਨਾ, ਦੈਨ ਫਿਰ ਤੁਸੀਂ ਅਗਲੇ ਲੈਵਲ ਤੇ। ਸਾਰੀ ਕਲੀਸਿਆ ਬੋਲੇ ਆਮੀਨ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਕਿਸੇ ਨੂੰ ਪਰਤਾਉਂਦਾ ਨਹੀਂ ਆ। ਬੰਦੇ ਦੇ ਅੰਦਰ ਜੋ ਕਮੀਆਂ ਨਾ, ਜਦ ਤੱਕ ਤੁਸੀਂ ਉਹਨੂੰ ਕੱਢਦੇ ਨਹੀਂ, ਤਦ ਤੱਕ ਪ੍ਰੀਖਿਆ ਆਈ ਜਾਣੀ, ਤਦ ਤੱਕ ਪ੍ਰੀਖਿਆਵਾਂ ਦੇ ਵਿੱਚ ਤੁਸੀਂ ਫਸੀ ਜਾਣਾ ਆ। ਕਿਉਂਕਿ ਕਮੀਆਂ ਜਿਹੜੀਆਂ ਇੱਕ ਇਨਸਾਨ ਦੇ ਅੰਦਰ ਆ, ਉਹ ਖੁਦ ਜਾਣਦਾ, ਜਾਂ ਸ਼ੈਤਾਨ ਜਾਣਦਾ, ਜਾਂ ਪਰਮੇਸ਼ਵਰ ਜਾਣਦੇ ਆ। 3 ਜਣਿਆਂ ਤੋਂ ਇਲਾਵਾ ਹੋਰ ਕੋਈ ਨਹੀਂ ਜਾਣ ਸਕਦਾ। ਕਿੰਨੇ ਸਮਝ ਪਾ ਰਹੇ ਮੇਰੀ ਗੱਲ? ਉਹਨਾਂ ਕਮੀਆਂ ਨੂੰ ਜਦ ਤੱਕ ਤੁਸੀਂ ਕੱਢਦੇ ਨਹੀਂ ਆ,
ਜਾਂ ਆਪਣੇ ਜ਼ੋਰ ਦੇ ਨਾਲ ਕੱਢ ਲਓ। ਜੇ ਨਹੀਂ ਕੱਢ ਹੁੰਦੀਆਂ ਤਾਂ ਪਰਮੇਸ਼ਵਰ ਦੇ ਕੋਲੋਂ ਜ਼ੋਰ ਮੰਗੋ, ਪਰ ਉਹਨਾਂ ਨੂੰ ਕੱਢ ਦਿਓ, ਕਿਉਂਕਿ ਜਦ ਤੱਕ ਤੁਸੀਂ ਉਹਨਾਂ ਨੂੰ ਕੱਢਦੇ ਨਹੀਂ ਆ ਉਹ ਪ੍ਰੀਖਿਆਵਾਂ ਤੁਹਾਡੇ ਅੱਗੇ ਖੜੀਆਂ ਹੀ ਰਹਿਣੀਆਂ। ਅੱਜ ਕੱਲ ਪਰਸੋਂ 6 ਮਹੀਨੇ, ਸਾਲ, 2 ਸਾਲ, 5 ਸਾਲ ਤੱਕ। ਇਹ ਨਾ ਹੋਵੇ ਕਿ ਉਹਨਾਂ ਕਮੀਆਂ ਦੇ ਦੌਰਾਨ ਹੀ ਯਿਸੂ ਮਸੀਹ ਆ ਜਾਣ ਤੇ ਤੁਸੀਂ ਰਹਿ ਜਾਓ ਇੱਥੇ। ਹਾਲੇਲੂਇਆ। ਅਗਰ ਸਵਰਗ ਜਾਣਾ ਚਾਹੁੰਦੇ ਆ ਤੇ ਤੁਹਾਨੂੰ ਪਾਸ ਹੋਣਾ ਬਹੁਤ ਜ਼ਰੂਰੀ ਹੈ ਟੈਸਟ ਦੇ ਵਿੱਚੋਂ। ਅਗਰ ਤੁਸੀਂ ਚਾਹੁੰਦੇ ਆ ਕਿ ਟੈਸਟ ਨਾ ਹੋਣ ਤੁਹਾਡੇ ਅੱਗੇ ਤੇ ਉਹਨਾਂ ਕਮੀਆਂ ਨੂੰ ਆਪਣੇ ਅੰਦਰੋਂ ਬਾਹਰ ਕੱਢ ਦਿਓ ਤੇ ਤੁਹਾਡੇ ਟੈਸਟ ਫਿਰ ਖਤਮ ਹੋ ਜਾਣੇ, ਫਿਨਿਸ਼ ਹੋ ਜਾਣੇ। ਸਟੱਡੀ ਇੱਕ ਥਾਂ ਦੇ ਉੱਤੇ ਜਾ ਕੇ ਬੰਦਾ ਪੂਰੀ ਕਰ ਵੀ ਲੈਂਦਾ। ਹਾਂ, ਕਿਸੇ ਦਾ ਟਾਰਗੇਟ ਹੁੰਦਾ ਗ੍ਰੈਜੂਏਸ਼ਨ ਕਰਨਾ, ਕਿਸੇ ਦਾ ਟਾਰਗੇਟ ਹੁੰਦਾ +2 ਕਰਨਾ, ਫਿਰ ਉਹ ਸਟੱਡੀ ਨਹੀਂ ਕਰਦਾ, ਕੰਪਲੀਟ ਹੋ ਜਾਂਦੀ ਹੈ ਉਹਦੀ ਸਟੱਡੀ ਜਿੰਨੀ ਉਹਨੇ ਸੋਚੀ ਆ। ਇਦਾਂ ਹੀ ਮਸੀਹ ਦੇ ਵਿੱਚ ਜਦੋਂ ਤੁਸੀਂ ਆਪਣੇ ਅੰਦਰੋਂ ਕਮੀਆਂ ਬਾਹਰ ਕੱਢ ਦਿੱਤੀਆਂ, ਖਤਮ ਕਰ ਦਿੱਤੀਆਂ, ਫਿਰ ਤੁਹਾਡੇ ਟੈਸਟ ਖਤਮ ਹੋ ਜਾਣੇ। ਕਿੰਨੇ ਸਮਝ ਪਾ ਰਹੇ ਮੇਰੀ ਗੱਲ? ਬੋਲੋ ਹਾਲੇਲੂਇਆ। ਕਹਿੰਦਾ ਜਦੋਂ ਵੱਖ-ਵੱਖ ਪ੍ਰੀਖਿਆਵਾਂ ਦੇ ਵਿੱਚ ਪਵੋ ਤੇ ਆਨੰਦ ਮਨਾਉਣ ਦੀ ਜ਼ਰੂਰਤ ਹੈ, ਦੁਖੀ ਹੋਣ ਦੀ ਜ਼ਰੂਰਤ ਨਹੀਂ ਹੈ। ਪਰ ਜੇ ਤੁਸੀਂ ਚਾਹੁੰਦੇ ਪ੍ਰੀਖਿਆਵਾਂ ਤੁਹਾਡੇ ਅੱਗੇ ਨਾ ਆਉਣ ਤੇ ਆਪਣੇ ਅੰਦਰੋਂ ਉਹਨਾਂ ਕਾਮਨਾਵਾਂ ਨੂੰ, ਕਮੀਆਂ ਨੂੰ ਦੂਰ ਕਰ ਦਿਓ ਤਾਂ ਜੋ ਤੁਸੀਂ ਟੈਸਟ ਫ੍ਰੀ ਹੋ ਸਕੋ। ਬੋਲੋ ਹਾਲੇਲੂਇਆ। ਇਹ ਲੈਵਲ ਬਾਈ ਲੈਵਲ ਤੁਹਾਨੂੰ ਅੱਗੇ ਵਧਾਉਣ ਦੇ ਲਈ ਆਉਂਦੇ ਆ ਟੈਸਟ, ਤਾਂ ਜੋ ਤੁਸੀਂ ਉਸ ਕਮੀ ਨੂੰ ਦੂਰ ਕਰਕੇ ਪਵਿੱਤਰ ਬਣ ਕੇ, ਇਮਾਨਦਾਰ ਬਣ ਕੇ, ਖੁਦਾ ਦੇ ਵਿੱਚ ਵਫਾਦਾਰ ਬਣ ਕੇ ਅੱਗੇ ਵਧ ਸਕੋ। ਤਾਂ ਟੈਸਟ ਤੁਹਾਡੇ ਅੱਗੇ ਆਉਂਦੇ ਆ। ਅਗਰ ਬਾਰ-ਬਾਰ ਆ ਰਿਹਾ ਤੇ ਇਟ ਮੀਨਸ ਸਮਝੋ ਕਿ ਤੁਸੀਂ ਹਲੇ ਤੱਕ ਕਮੀ ਨੂੰ ਬਾਹਰ ਨਹੀਂ ਕੱਢਿਆ, ਤੁਸੀਂ ਹਲੇ ਤੱਕ ਉਸ ਕਮੀ ਦੇ ਨਾਲ ਝੂਝਦੇ ਪਏ। ਜਾਂ ਬੁਰਾ ਦੇਖਣ ਵਾਲੀ ਹੈ, ਬੁਰਾ ਕਰਨ ਵਾਲੀ ਹੈ। ਕਈ ਪਾਪ ਇਸ ਤਰ੍ਹਾਂ ਦੇ ਹੁੰਦੇ, ਬੰਦਾ ਕਰਦਾ ਬਾਅਦ ਚੋਂ ਪਛਤਾਉਂਦਾ ਆ। ਬੁਰਾ ਦੇਖ ਕੇ ਪਛਤਾਉਂਦਾ, ਬੁਰਾ ਕਰਕੇ ਪਛਤਾਉਂਦਾ, ਬੁਰਾ ਬੋਲ ਕੇ ਪਛਤਾਉਂਦਾ, ਲੜਾਈ ਝਗੜੇ ਕਰਕੇ ਪਛਤਾਉਂਦਾ, ਕਿਸੇ ਦਾ ਦਿਲ ਦੁਖਾ ਕੇ ਪਛਤਾਉਂਦਾ। ਇਹ ਵੀ ਇੱਕ ਤਰ੍ਹਾਂ ਦੀ ਪ੍ਰੀਖਿਆਵਾਂ ਆ। ਇਹ ਉਦੋਂ ਆਉਂਦੀਆਂ ਇਨਸਾਨ ਦੀ ਜ਼ਿੰਦਗੀ 'ਚ ਜਦੋਂ ਤੱਕ ਉਹਦੇ ਅੰਦਰ ਆ, ਜਦੋਂ ਤੱਕ ਉਹਦੇ ਅੰਦਰ ਆ ਇਹ ਕਮੀਆਂ ਆ, ਤਾਂ ਪ੍ਰੀਖਿਆਵਾਂ ਸਾਡੇ ਅੱਗੇ ਖੜੀਆਂ ਹੁੰਦੀਆਂ। ਜਦੋਂ ਇਹਨਾਂ ਦੇ ਉੱਪਰ ਤੁਸੀਂ ਫਤਿਹ ਪਾ ਲਈ ਤੇ ਇਹ ਪ੍ਰੀਖਿਆਵਾਂ ਆਉਣੀਆਂ ਬੰਦ ਹੋ ਜਾਣੀਆਂ ਆ ਔਰ ਤੁਸੀਂ ਲੈਵਲ ਬਾਈ ਲੈਵਲ ਤੁਸੀਂ ਅਗਲੇ ਲੈਵਲ ਤੇ ਆ ਜਾਣਾ ਹੈ। ਸਮਝ ਆ ਰਹੀ ਹੈ ਮੇਰੀ ਗੱਲ? ਫਿਰ ਅਗਲੇ ਲੈਵਲ ਤੇ ਆ ਜਾਣਾ, ਫਿਰ ਤਰੱਕੀਆਂ ਆ। ਬੋਲੋ ਹਾਲੇਲੂਇਆ। ਖੁਦਾ ਇਸ ਕਲਾਮ ਦੇ ਦੁਆਰਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਕਰੇ। ਆਈਏ ਸਭ ਆਪਣੀ ਅੱਖਾਂ ਨੂੰ ਬੰਦ ਕਰੀਏ। ਮੈਂ ਪ੍ਰਾਰਥਨਾ ਕਰਦਾ ਅੱਜ ਦੇ ਵਚਨ ਦਾ ਬੀਜ ਜਿਹੜਾ ਸਾਡੇ ਦਿਲਾਂ ਦੀ ਚੰਗੀ ਜ਼ਮੀਨ ਤੇ ਜਾ ਕੇ ਡਿੱਗੇ। ਸਭ ਆਪਣੀ ਅੱਖਾਂ ਨੂੰ ਬੰਦ ਕਰੀਏ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੇ ਇਸ ਆਦਰਯੋਗ ਸਮੇਂ ਦੇ ਲਈ, ਜਿਹਦੇ ਵਿੱਚ ਤੁਸੀਂ ਸਾਡੀ ਅਗਵਾਈ ਕੀਤੀ ਆ। ਪਵਿੱਤਰ ਆਤਮਾ ਨੇ ਪੂਰਾ ਸਾਡਾ ਮਦਦਗਾਰ ਬਣ ਕੇ ਮੇਰੇ ਪ੍ਰਭੂ ਅੱਜ ਦੀ ਇਬਾਦਤ ਨੂੰ ਹੁਣ ਤੱਕ ਚਲਾਇਆ ਆ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਬਾਪ। ਮੈਂ ਪ੍ਰਾਰਥਨਾ ਕਰਦਾ ਤੁਹਾਡੇ ਲੋਕਾਂ ਦੇ ਲਈ ਜਿਨ੍ਹਾਂ ਨੇ ਬੜੇ ਅਦਬ ਦੇ ਨਾਲ ਆਪਣੇ ਕੰਨਾਂ ਨੂੰ ਖੋਲ ਕੇ ਰੱਖਿਆ, ਆਪਣੇ ਦਿਲਾਂ ਨੂੰ ਖੋਲ ਕੇ ਰੱਖਿਆ ਆ ਮੇਰੇ ਪ੍ਰਭੂ, ਤਾਂ ਜੋ ਅੱਛੇ ਰੀਤੀ ਦੇ ਨਾਲ ਕਲਾਮ ਨੂੰ ਸੁਣ ਕੇ ਆਪਣੇ ਦਿਲ 'ਚ ਜਮ੍ਹਾਂ ਕਰ ਸਕਣ ਮੇਰੇ ਪਰਮੇਸ਼ਵਰ। ਔਰ ਮੈਂ ਡਾਂਟਦਾ ਆ, ਝਿੜਕਦਾ ਆ ਸ਼ੈਤਾਨ ਨੂੰ ਜੋ ਅੱਜ ਦੇ ਵਚਨ ਦੇ ਬੀਜ ਨੂੰ ਚਰਾਉਣ ਦੀ ਕੋਸ਼ਿਸ਼ ਕਰਦਾ। ਯਿਸੂ ਦੇ ਨਾਮ 'ਚ ਬੰਨ ਦੇਣਾ ਔਰ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਦੂਰ ਕਰ ਦੇਣਾ ਆ ਮੇਰੇ ਪ੍ਰਭੂ। ਅੱਜ ਦਾ ਵਚਨ ਜੋ ਤੁਹਾਡੇ ਲੋਕਾਂ ਨੇ ਸੁਣਿਆ ਆ, ਸਮਝਿਆ ਆ, ਸਿੱਖਿਆ ਆ, 100 ਦਾ 100 ਗੁਣਾ ਫਲਦਾਇਕ ਹੋਵੇ ਮੇਰੇ ਪ੍ਰਭੂ। ਤੁਹਾਡੇ ਲੋਕ ਮੁਬਾਰਕ ਹੋਣ ਮੇਰੇ ਪ੍ਰਭੂ ਔਰ ਤੁਹਾਡੇ ਹੀ ਨਾਮ ਨੂੰ ਆਦਰ ਮਿਲੇ। ਸ਼ੁਕਰਗੁਜ਼ਾਰੀ ਦੇ ਨਾਲ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ।